ठाकुर तुम पै अरदास जियो पिंड सब तेरी रास तुम मात पिता हम बारिक तेरे तुमरी कृपा में सुख कनेरे कोई न जाने तुमरा अंत ऊंचे ते ऊंचा भगवंत सगल समगरी तुमरै सूतर धारी तुम ते होए सो आज्ञाकारी तुमरी गत मित तुम ही जानी नानक दास सदा कुर्बानी देनहार प्रभ छोड़ कर लागे आन सुआए नानक कहू ना सजई बिन नावै पत जाए होवै सिफत खसम नूर अरसों कुरसों तुद डिठे सचे पातशाह मल जन्म जन्म दे तुद डिठे सचे पातशाह मल जन्म जन्म दी कटिया सतनाम श्री वाहिगुरु साहिब जीओ। बसंत महला पहला। आपे भवरा फूल बेल आपे संगत मीत मेल आपे भवरा फूल बेल। वाहिगुरु जी का खालसा वाहिगुरु जी की फतेह। पतित पावन गरीब नवाज सतगुरु गुरु ग्रंथ साहिब जी सतगुरां ने कृपा की है। अमृत वेले गुरबाणी का जाप सानू बख्शिया है। गुरमुख जन माई भाई सतगुरां दे दरबार विच बैठ के अपने तन नूं मिले समय नूं सफला बनाया है। आओ मन दे ध्यान नूं टकाईए भावना दे नाल पातशाह दे अमृत बचन सरवण कर लाहा प्राप्त करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। बसंत महला पहला। पहले पातशाह धन गुरु नानक देव महाराज साहब जी ये बसंत राग का पवित्र शब्द बख्शिश करते हैं। आपे भवरा फूल बेल। कहन लगे भाई वो जो परमेश्वर है ना अकाल पुरख वो भवरा कहिए भौरा भी आप ही है अते वो परमात्मा फुल भी आप है अते वो परमात्मा वेल भी आप ही है। सब कुछ वेल भी आप है। वेल वो जिहड़ी रुखां ते चढ़दी वेल रूप भी आप है फुल रूप भी आप है
ਫੁੱਲ ਵਿੱਚ ਜਿਹੜਾ ਮਕਰੰਦ ਰਸ ਹੈ ਉਹ ਵੀ ਆਪ ਹੈ। ਉਸ ਮਕਰੰਦ ਦੀ ਸੁਗੰਧੀ ਲੈਣ ਵਾਲਾ ਭੌਰਾ ਉਹ ਵੀ ਪਰਮਾਤਮਾ ਆਪ ਹੀ ਹੈ। ਮਹਾਰਾਜ ਫਿਰ ਫਰਮਾਉਂਦੇ ਹਨ, ਆਪੇ ਭਵਰਾ ਫੂਲ ਬੇਲ। ਭਵਰਾ ਕਹੀਏ ਜਗਿਆਸੂ, ਜਗਿਆਸੂ ਕਹੀਏ ਬੰਦਗੀ ਕਰਨ ਵਾਲਾ, ਜਿਹੜਾ ਰੱਬ ਦੇ ਰਾਹ ਦੇ ਉੱਪਰ ਚੱਲਣ ਵਾਲਾ। ਮੰਜ਼ਿਲ ਨਹੀਂ ਪਹੁੰਚੀ ਹੈ ਪਰ ਮੰਜ਼ਿਲ ਤੇ ਚੱਲਦਾ ਪਿਆ, ਉਹਨੂੰ ਜਗਿਆਸੂ ਆਖਿਆ ਹੈ। ਜਿਸ ਦੇ ਮਨ ਵਿੱਚ ਆਸਾ ਜਾਗ ਪਈ ਹੈ ਰੱਬ ਨੂੰ ਮਿਲਣ ਦੀ, ਉਹਨੂੰ ਕਹਿੰਦੇ ਜਗਿਆਸੂ। ਅਕਾਲ ਪੁਰਖ ਤੁਸੀਂ ਆਪ ਹੀ ਜਗਿਆਸੂ ਰੂਪ ਹੋ, ਰੱਬ ਦੇ ਰਾਹ ਤੇ ਚੱਲਣ ਵਾਲੇ। ਤੇ ਪਰਮਾਤਮਾ ਆਪ ਹੀ ਤੁਸੀਂ ਸ਼ੁਭ ਗੁਣਾ ਰੂਪੀ ਫੁੱਲ ਵੀ ਹੋ। ਸ਼ੁਭ ਗੁਣਾ ਦੇ ਫੁੱਲ ਸਤ ਸੰਤੋਖ ਦਇਆ ਧਰਮ, ਇਹ ਫੁੱਲ ਵੀ ਆਪ ਹੋ ਰਹੇ ਹੋ। ਤੇ ਵੇਲ, ਇਹ ਜਿਹੜੀ ਗੁਰੂ ਦੀ ਸੰਗਤ ਹੈ ਇਹ ਵੇਲ ਰੂਪ ਹੈ, ਇਸ ਦੇ ਵਿੱਚ ਵੀ ਆਪ ਬਰਾਜੇ ਹੋਏ ਹੋ। ਆਪੇ ਸੰਗਤ ਮੀਤ ਮੇਲ। ਐ ਮੀਤ ਮਿੱਤਰ ਪਰਮਾਤਮਾ ਆਪ ਹੀ ਕਿਰਪਾ ਕਰਕੇ ਜਿਹੜੇ ਸੰਤ ਨੇ ਨਾ, ਸ਼ਾਂਤ ਚਿੱਤ ਮਹਾਤਮਾ, ਉਹਨਾਂ ਦੀ ਸੰਗਤ ਵਿੱਚ ਆਪ ਹੀ ਜੀਵਾਂ ਨੂੰ ਮਿਲ ਦਿੰਦੇ ਹੋ। ਐਸੀ ਭਵਰਾ ਬਾਸਲੇ। ਐ ਜਗਿਆਸੂ ਰੂਪੀ ਭੌਰੇ, ਇਸ ਤਰ੍ਹਾਂ ਦੀ ਭਗਤੀ ਰੂਪੀ ਸੁਗੰਧੀ ਨੂੰ ਲੈਣਾ ਕਰ। ਜਿਵੇਂ ਭੌਰਾ ਕਮਲ ਫੁੱਲ ਦੀ ਸੁਗੰਧੀ ਲੈਂਦਾ ਹੈ, ਪਾਤਸ਼ਾਹ ਕਹਿੰਦੇ ਐ ਜਗਿਆਸੂ ਗੁਰਮੁਖਾ ਵਿਦਿਆਰਥੀਆ, ਰੱਬ ਦੇ ਰਾਹ ਨੂੰ ਪਾਉਣ ਵਾਲਿਆ, ਜੇ ਸੁਗੰਧੀ ਲੈਣੀ ਹੈ ਤੇ ਭਗਤੀ ਦੀ ਸੁਗੰਧੀ ਲੈ। ਮਹਾਰਾਜ ਫਿਰ ਫਰਮਾਉਂਦੇ ਹਨ, ਐਸੀ ਭਵਰਾ ਬਾਸਲੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੀਵ ਰੂਪੀ ਭੌਰੇ ਭਗਤੀ ਰੂਪੀ ਬਾਸ਼ਨਾ ਨੂੰ ਲੈਣਾ ਕਰ। ਤਰਵਰ ਫੂਲੇ ਬਨ ਹਰੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਮੁਖੋ ਜਿਹੜੇ ਸੰਤ ਨੇ ਨਾ ਮਹਾਤਮਾ, ਇਹ ਤੇ ਤਰਵਰ ਕਹੀਏ ਬ੍ਰਿਸ਼ ਹਨ, ਮਹਾਤਮਾ ਮਹਾਂਪੁਰਖ। ਅਤੇ ਇਸੇ ਤਰ੍ਹਾਂ ਇਹ ਜਿਹੜੇ ਸ਼ੁਭ ਗੁਣ ਨੇ ਇਹ ਫੁੱਲ ਲੱਗੇ ਹੋਏ, ਜਿਵੇਂ ਰੁੱਖ ਨੂੰ ਫੁੱਲ ਲੱਗਦਾ, ਮਹਾਤਮਾ ਜਿਹੜੇ ਨੇ ਉਹ ਤੇ ਰੁੱਖ ਦੇ ਵਰਗੇ ਨੇ। ਜਿਹੜੇ ਮਹਾਤਮਾ ਦੇ ਵਿੱਚ ਚੰਗੇ ਗੁਣ ਨੇ ਉਹ ਉਹਨਾਂ ਨੂੰ ਫੁੱਲ ਲੱਗੇ ਹੋਏ। ਜਿਵੇਂ ਇੱਕ ਮਹਾਤਮਾ ਇਸ਼ਨਾਨ ਕਰਦੇ ਪਏ ਨਾ ਤੇ ਪਾਣੀ ਦੇ ਵਿੱਚ ਬਿੱਛੂ ਰੁੜਿਆ ਜਾਂਦਾ, ਉਹਨਾਂ ਨੇ ਸੋਚਿਆ ਬੁੱਕ ਭਰ ਕੇ ਪਾਣੀ ਦਾ ਇਹਨੂੰ ਬਾਹਰ ਕੱਢੀਏ। ਬਾਹਰ ਕੱਢਿਆ ਤੇ ਬਿੱਛੂ ਨੇ ਡੰਗ ਮਾਰਿਆ। 2-3 ਵਾਰੀ ਬਾਹਰ ਕੱਢਣਾ ਚਾਹੁੰਦੇ ਪਰ ਡੰਗ ਮਾਰਿਆ ਕਰੇ, ਫਿਰ ਪਾਣੀ ਵਿੱਚ ਡਿੱਗ ਪਿਆ ਕਰੇ। ਚੇਲਾ ਕੋਲ ਖਲੋਤਾ, ਉਹਨੇ ਆਖਿਆ, ਕਹਿੰਦਾ ਮਹਾਂਪੁਰਖੋ ਤੁਹਾਨੂੰ ਡੰਗ ਮਾਰਦਾ, ਤੁਸੀਂ ਇਹਨੂੰ ਬਚਾਉਂਦੇ ਪਏ, ਰੁੜ ਜਾਣ ਦਿਓ, ਆਪਾਂ ਕੀ ਲੈਣਾ ਇਹਦੇ ਕੋਲ। ਮਹਾਤਮਾ ਬੜੇ ਧਰਮਾਤਮਾ ਸਨ, ਕਹਿੰਦੇ ਉਹ ਭਲਿਆ ਇਹਦਾ ਸੁਭਾਅ ਡੰਗ ਮਾਰਨਾ ਹੈ, ਇਹ ਆਪਣਾ ਸੁਭਾਅ ਮਰਦਾ ਹੋਇਆ ਵੀ ਨਹੀਂ ਛੱਡਦਾ ਪਿਆ। ਮੈਂ ਸਾਧੂ ਹਾਂ, ਮੇਰਾ ਸੁਭਾਅ ਹੈ ਪਰਉਪਕਾਰ ਕਰਨਾ, ਦਇਆ ਕਰਨੀ, ਫਿਰ ਮੈਂ ਆਪਣਾ ਸੁਭਾਅ ਕਿਉਂ ਛੱਡਾਂ। ਫਿਰ ਮੇਰੇ ਨਾਲੋਂ ਤੇ ਬਿਛੂ ਚੰਗਾ ਹੋਇਆ ਨਾ, ਮਰਦਾ ਵੀ ਪਿਆ ਪਰ ਸੁਭਾਅ ਨਹੀਂ ਛੱਡਦਾ। ਤੇ ਮੈਂ ਤੇ ਸੰਤ ਹੋਇਆ, ਮਹਾਤਮਾ ਹੋਇਆ, ਮੇਰਾ ਕੰਮ ਪਰਉਪਕਾਰ ਕਰਨਾ, ਸੁਭਾਅ ਤੇ ਫਿਰ ਮੈਂ ਵੀ ਪਰਉਪਕਾਰ ਦਾ ਨਹੀਂ ਛੱਡਦਾ। ਭਾਵੇਂ ਡੰਗ ਮਾਰਦਾ ਪਰ ਭਲਾ ਇਹਦਾ ਕਰਨਾ। ਇਹ ਹੈ ਸ਼ੁਭ ਗੁਣ। ਸਾਰੀ ਦੁਨੀਆ ਦੁੱਖ ਦੇਵੇ ਪਰ ਫਿਰ ਵੀ ਭਲਾ ਕਰਨਾ। ਇਹ ਕਹਿਣ ਲੱਗੇ ਵੀ ਇਹ ਜਿਹੜੇ ਗੁਣ ਹੁੰਦੇ ਨੇ, ਸਮਝ ਲਓ ਵੀ ਮਹਾਂਪੁਰਖਾਂ ਨੂੰ ਫੁੱਲ ਲੱਗੇ ਹੋਏ। ਜਿਵੇਂ ਰੁੱਖ ਨੂੰ ਫੁੱਲ ਲੱਗਦੇ ਤੇ ਰੁੱਖ ਸੋਹਣਾ ਲੱਗਦਾ ਹੈ, ਇਹ ਸ਼ੁਭ ਗੁਣਾਂ ਦਾ ਫੁੱਲ ਉਹਨਾਂ ਮਹਾਂਪੁਰਖਾਂ ਨੂੰ ਲੱਗਾ ਹੋਇਆ ਹੈ। ਪਾਤਸ਼ਾਹ ਫਰਮਾਉਂਦੇ ਹਨ, ਤਰਵਰ ਫੂਲੇ ਬਨ ਹਰੇ। ਅਤੇ ਐਸੇ ਤਰ੍ਹਾਂ ਗੁਰਮੁਖੋ ਇਹ ਬਨ ਕਹੀਏ ਜਲ, ਨਾਮ ਰੂਪੀ ਜਲ ਦੇ, ਨਾਮ ਦੇ ਹੀ ਭਰੇ ਹੋਏ ਐਸੇ ਮਹਾਂਪੁਰਖ ਸ਼ੁਭ ਗੁਣਾਂ ਦੇ ਭਰੇ ਹੋਏ ਹਨ। ਰਹਾਉ ਆਪੇ ਕਵਲਾ ਕੰਤ ਆਪ। ਉਹ ਪਰਮੇਸ਼ਰ ਕਵਲਾ ਕਹੀਏ ਇਸਤਰੀ ਰੂਪ ਵੀ ਆਪ ਹੈ, ਤੇ ਕੰਤ ਕਹੀਏ ਪਤੀ ਰੂਪ ਵੀ ਆਪ ਹੈ। ਨਰ ਵੀ ਆਪ ਹੈ, ਮਾਦਾ ਵੀ ਆਪ ਹੈ, ਔਰਤ ਵੀ ਆਪ ਹੀ ਹੈ, ਮਰਦ ਵੀ ਆਪ ਹੀ ਹੈ। ਮਹਾਰਾਜ ਫਿਰ ਦੁਬਾਰਾ ਫਰਮਾਉਂਦੇ ਹਨ, ਆਪੇ ਕਵਲਾ ਕੰਤ ਆਪ। ਗੁਰਮੁਖੋ ਕਵਲਾ ਨਾਮ ਲక్ష్ਮੀ ਦਾ ਹੈ। ਕਹਿਣ ਲੱਗੇ ਲక్ష్ਮੀ ਰੂਪ ਵੀ ਆਪ ਹੀ ਹੈ, ਤੇ ਲక్ష్ਮੀ ਦਾ ਪਤੀ ਹੈ ਭਗਵਾਨ ਵਿਸ਼ਨੂੰ, ਕਹਿੰਦੇ ਵਿਸ਼ਨੂੰ ਰੂਪ ਵੀ ਆਪ ਹੈ। ਮਹਾਰਾਜ ਦੁਬਾਰਾ ਫਿਰ ਬਖਸ਼ਿਸ਼ ਕਰਦੇ ਹਨ, ਆਪੇ ਕਵਲਾ ਕੰਤ ਆਪ। ਗੁਰਮੁਖੋ ਕਵਲਾ ਨਾਮ ਭਗਤੀ ਦਾ ਹੈ। ਤੀਜਾ ਅਰਥ ਕੀਤਾ, ਵਿਦਵਾਨਾਂ ਦੀ ਆਪਣੀ ਆਪਣੀ ਉਡਾਰੀ ਹੁੰਦੀ ਹੈ। ਤੀਜਾ ਅਰਥ ਇਹ ਕੀਤਾ ਪਰਮਾਤਮਾ ਕਵਲਾ ਨਾਮ ਭਗਤੀ ਦਾ, ਭਗਤੀ ਰੂਪ ਵੀ ਤੂੰ ਆਪ ਹੀ ਹੈ। ਤੇ ਕੰਤ ਕਹੀਏ ਗਿਆਨ, ਜਿਹੜੇ ਭਗਤੀ ਕਰਦੇ ਉਹਨਾਂ ਨੂੰ ਗਿਆਨ ਹੁੰਦਾ ਹੈ। ਇਹ ਗਿਆਨ ਰੂਪੀ ਪਤੀ ਵੀ ਤੁਸੀਂ ਆਪ ਹੀ ਬਣੇ ਹੋਏ ਹੋ।
ਆਪੇ ਰਾਵੇ ਸ਼ਬਦ ਥਾਪ। ਸ਼ਬਦ ਕਹੀਏ ਸੰਸਾਰ ਨੂੰ ਪੈਦਾ ਕਰਕੇ ਫਿਰ ਆਪ ਹੀ ਉਹਦੇ ਆਨੰਦ ਨੂੰ ਲੈਂਦਾ ਪਿਆ। ਦੁਨੀਆ ਪੈਦਾ ਵੀ ਆਪ ਕਰਦਾ। ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦਾ, ਦੇਖੈ ਕੀਤਾ ਆਪਣਾ ਕਰ ਕੁਦਰਤ। ਐਸੇ ਉਹ ਆਪ ਦੁਨੀਆ ਬਣਾਉਂਦੇ ਵੀ ਆਪ ਹੋ, ਫਿਰ ਦੁਨੀਆ ਵਿੱਚ ਬੈਠ ਕੇ ਆਨੰਦ ਵੀ ਆਪੇ ਰਸੀਆ, ਆਪ ਰਸ ਆਪੇ ਰਾਵਣ ਹਾਰ। ਆਪ ਹੀ ਰਸੀਏ ਹੋ ਰਹੇ ਹੋ, ਆਪ ਹੀ ਰਸ ਲੈਂਦੇ ਪਏ, ਆਪ ਹੀ ਦੁਨੀਆ ਬਣਾਉਂਦੇ ਪਏ। ਐਸੇ ਆਪ ਸਮਰੱਥ ਹੋ। ਆਪੇ ਬਸ਼ਰੂ ਗਊ ਖੀਰ। ਮਹਾਰਾਜ ਜਿਹੜਾ ਵੱਛਾ ਹੈ ਨਾ, ਵੱਛੇ ਦੇ ਵਿੱਚ ਵੀ ਤੁਸੀਂ ਬੈਠੇ ਹੋਏ। ਵੱਛੇ ਨੂੰ ਜਨਮ ਦੇਣ ਵਾਲੀ ਗਊ ਗਾਂ, ਗਾਂ ਦੇ ਵਿੱਚ ਵੀ ਤੁਸੀਂ ਨਿਵਾਸ ਕਰਦੇ। ਤੇ ਗਾਂ ਦੁੱਧ ਦਿੰਦੀ ਹੈ, ਦੁੱਧ ਰੂਪ ਵੀ ਤੁਸੀਂ ਆਪ, ਦੁੱਧ ਦੇ ਵਿੱਚ ਵੀ ਤੁਸੀਂ ਸਮਾਏ ਹੋ। ਗਾਂ ਦੇ ਵਿੱਚ ਵੀ ਤੁਸੀਂ ਬੈਠੇ ਹੋ, ਵੱਛੇ ਦੇ ਵਿੱਚ ਵੀ ਤੁਸੀਂ ਬੈਠੇ ਹੋ। ਭਾਵ ਇਹ ਹੈ ਵੀ ਸਾਰਿਆਂ ਦੇ ਵਿੱਚ ਤੁਸੀਂ ਹੋ। ਮਾਂ ਵੀ ਤੁਸੀਂ ਹੋ, ਪੁੱਤ ਵੀ ਤੁਸੀਂ ਹੋ, ਤੇ ਪਾਲਣ ਵਾਲਾ ਰਿਜ਼ਕ ਵੀ ਤੁਸੀਂ ਹੋ। ਮਾਂ ਕੌਣ ਹੈ? ਗਾਂ। ਗਾਂ ਵੀ ਤੁਸੀਂ ਹੋ। ਪੁੱਤ ਕੌਣ ਹੈ? ਵੱਛਾ। ਵੱਛਾ ਪੁੱਤਰ ਵੀ ਤੁਸੀਂ ਹੋ। ਪਾਲਣ ਵਾਸਤੇ ਖੁਰਾਕ ਕੀ ਹੈ? ਦੁੱਧ। ਦੁੱਧ ਰੂਪ ਵੀ ਆਪ ਹੋ। ਮਹਾਰਾਜ ਫਿਰ ਫਰਮਾਉਂਦੇ ਹਨ, ਆਪੇ ਬਸ਼ਰੂ ਗਊ ਖੀਰ। ਵੱਛਾ ਕੌਣ ਹੈ? ਰੱਬ ਤੇ ਰਾਹ ਤੇ ਚੱਲਣ ਵਾਲਾ ਜਿਹੜਾ ਵਿਦਿਆਰਥੀ ਹੈ, ਜਿਹਨੂੰ ਕਿਹਾ ਜਾਂਦਾ ਜਗਿਆਸੂ। ਮਹਾਰਾਜ ਜਗਿਆਸੂ ਵੀ ਤੁਸੀਂ ਆਪ ਹੋ। ਤੇ ਗਊ ਕੀ ਹੈ? ਗਊ ਹੈ ਭਗਤੀ। ਭਗਤੀ ਵੀ ਆਪ ਹੀ ਦਿੰਦੇ ਪਏ, ਕਿਉਂਕਿ ਭਗਤੀ ਦੇ ਵਿੱਚੋਂ ਹੀ ਭਗਤ ਪੈਦਾ ਹੁੰਦਾ। ਅਤੇ ਇਸੇ ਤਰ੍ਹਾਂ ਗੁਰਮੁਖੋ ਖੀਰ ਨਾਮ ਹੈ ਪ੍ਰਮਾਤਮਾ ਦੇ ਜਸ ਦਾ। ਜਸ ਰੂਪ ਵੀ ਤੁਸੀਂ ਆਪ ਹੀ ਹੋ। ਆਪਣਾ ਜਸ ਵੀ ਆਪੇ ਹੀ ਕਰਾਉਂਦੇ ਪਏ, ਭਗਤੀ ਵੀ ਆਪ ਕਰਾਉਂਦੇ ਪਏ। ਫਿਰ ਫਰਮਾਉਂਦੇ ਹਨ, ਆਪੇ ਬਸ਼ਰੂ ਗਊ ਖੀਰ। ਸਤਿਗੁਰੂ ਪਾਤਸ਼ਾਹ ਕਹਿੰਦੇ ਆਪ ਹੀ ਪ੍ਰਮਾਤਮਾ ਬਸ਼ਰੂ ਕਹੀਏ ਤੂੰ ਅਰਜਨ ਰੂਪ ਹੈ। ਦੁਆਪਰ ਯੁੱਗ ਦੇ ਵਿੱਚ ਜੰਗ ਲੜਨ ਵਾਲਾ ਮਹਾਭਾਰਤ ਦਾ। ਆਪ ਹੀ ਗਊ ਕਹੀਏ ਜਿਹੜੇ ਉਪਨਿਸ਼ਦ ਗ੍ਰੰਥ ਨੇ, ਹਿੰਦੂ ਧਾਰਮਿਕ ਇਹ 52 ਗ੍ਰੰਥ ਨੇ ਉਪਨਿਸ਼ਦ, ਇਹ ਵੀ ਤੁਸੀਂ ਆਪ ਹੀ ਹੋ ਰਹੇ ਹੋ। ਤੇ ਖੀਰ ਕਹੀਏ ਜਿਹੜੀ ਗੀਤਾ ਹੈ, ਗੀਤਾ ਰੂਪ ਵੀ ਤੁਸੀਂ ਆਪ ਹੀ ਹੋ ਰਹੇ ਹੋ। ਧਾਰਮਿਕ ਗ੍ਰੰਥ ਹੈ ਹਿੰਦੂ ਸਮਾਜ ਦਾ ਵੀ, ਉਹ ਵੀ ਤੁਸੀਂ ਆਪ ਹੀ ਸਮਾਏ ਹੋਏ। ਸੋ ਪਾਤਸ਼ਾਹ ਕਹਿਣ ਲੱਗੇ, ਸਰਬੋ ਉਪਨਿਸ਼ਦੋ ਗਾਵੋ, ਦੋਗਦਾ ਗੋਪਾਲ ਨੰਦਨੰ। ਇਹ ਬਚਨ ਲਿਖਿਆ ਹੈ ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀਆਂ ਨੇ। ਕਹਿਣ ਲੱਗੇ ਭਾਈ ਜਿੰਨੀਆਂ ਉਪਨਿਸ਼ਦਾਂ ਹਨ ਉਹ ਸਾਰੀਆਂ ਮੇਰੀਆਂ ਗਊਆਂ ਹਨ, ਤੇ ਮੈਂ ਉਹਨਾਂ ਗਊਆਂ ਨੂੰ ਪਾਲਣ ਵਾਲਾ ਗੋਪਾਲ ਜੋ ਨੰਦ ਜੀ ਹੋਏ ਨਾ, ਤੁਮਕੋ ਕਹਿ ਤੋ ਨੰਦ ਕੋ ਨੰਦਨ, ਨੰਦ ਕੋ ਨੰਦਨ। ਨੰਦ ਜੀ ਦੇ ਪੁੱਤਰ ਹੋਏ ਨੰਦਨ ਕਹੀਏ ਭਗਵਾਨ ਕ੍ਰਿਸ਼ਨ ਜੀ। ਕ੍ਰਿਸ਼ਨ ਰੂਪ ਵੀ ਤੁਸੀਂ ਆਪ ਹੀ ਹੋ। ਤੇ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਉਹਨਾਂ ਗ੍ਰੰਥਾਂ ਦੇ ਵਿੱਚੋਂ ਆਪ ਜਿਹੜਾ ਸਾਰ ਬਖਸ਼ਿਸ਼ ਕਰਦੇ ਨਾ, ਮੁਕਤ ਹੋਣ ਦਾ ਉਪਦੇਸ਼ ਦਿੰਦੇ, ਉਹ ਵੀ ਤੁਸੀਂ ਆਪ ਹੀ ਹੋ ਰਹੇ ਹੋ। ਆਪੇ ਮੰਦਰ ਥੰਮ ਸਰੀਰ। ਸਤਿਗੁਰੂ ਆਪ ਹੀ ਮੰਦਰ ਕਹੀਏ ਤੁਸੀਂ ਸਰੀਰ ਰੂਪ ਹੋ, ਤੇ ਆਪ ਹੀ ਇਹਨੂੰ ਥੰਮ ਦੇਣ ਵਾਲੇ ਸਵਾਸ ਰੂਪ। ਜਿੰਨਾ ਚਿਰ ਸਾਹ ਚੱਲਦੇ ਪਏ ਨਾ, ਭਾਵੇਂ ਸਾਡਾ ਸਰੀਰ ਕੁਆਂਟਲ ਦਾ ਹੋਵੇ, ਤੇ ਸਾਡੇ ਪੈਰ ਉਸ ਭਾਰ ਨੂੰ ਝੱਲਦੇ ਨੇ। ਕਿਉਂ ਝੱਲਦੇ ਪਏ? ਕਿਉਂਕਿ ਸਾਡੇ ਅੰਦਰ ਸਾਹ ਚੱਲਦੇ ਪਏ। ਜਿੱਦਣ ਸਾਹ ਨਿਕਲ ਗਿਆ ਨਾ, ਉਦਣ ਇਹਨਾਂ ਪੈਰਾਂ ਨੇ ਸਰੀਰ ਦਾ ਭਾਰ ਨਹੀਂ ਝੱਲਣਾ, ਮੰਜੇ ਤੇ ਡਿੱਗ ਪੈਣਾ ਉਸੇ ਵੇਲੇ। ਪਾਤਸ਼ਾਹ ਕਹਿੰਦੇ ਅਕਾਲ ਪੁਰਖ ਆਪ ਹੀ ਤੁਸੀਂ ਸਰੀਰ ਰੂਪ ਹੋ। ਆਪ ਹੀ ਇਸ ਸਰੀਰ ਨੂੰ ਆਸਰਾ ਦੇਣ ਵਾਸਤੇ ਸਾਹ ਰੂਪ ਹੋ ਰਹੇ ਹੋ। ਐਸੀ ਆਪ ਕਿਰਪਾ ਕਰਦੇ ਪਏ। ਇਸ ਤਰ੍ਹਾਂ ਥੰਮ ਕੇ ਆਪ ਸਹਾਰਾ ਦਿੰਦੇ ਹੋ। ਆਪੇ ਕਰਨੀ ਕਰਨਹਾਰ। ਐ ਕਰਨਹਾਰ ਪ੍ਰਮਾਤਮਾ ਆਪ ਹੀ ਭਗਤੀ ਰੂਪੀ ਕਰਨੀ ਆਪਣੇ ਭਗਤਾਂ ਕੋਲੋਂ ਕਰਵਾਉਂਦੇ ਹੋ। ਆਪੇ ਗੁਰਮੁਖ ਕਰ ਵਿਚਾਰ। ਜਿਹੜੇ ਗੁਰਮੁਖ ਨੇ ਆਪ ਹੀ ਉਹ ਵਿਚਾਰ ਕਰਦੇ ਪਏ, ਆਪ ਹੀ ਗੁਰਬਾਣੀ ਨੂੰ ਵਿਚਾਰਦੇ, ਗੁਰਬਾਣੀ ਨੂੰ ਸਮਝਦੇ ਪਏ ਹਨ। ਤੂੰ ਕਰ ਕਰ ਦੇਖੇ ਸਿਰ ਕਰਨਹਾਰ। ਐ ਕਰਨਹਾਰ ਪ੍ਰਮਾਤਮਾ ਸਾਰੀ ਦੁਨੀਆ ਨੂੰ ਪਹਿਲਾਂ ਪੈਦਾ ਕਰਦਾ, ਫਿਰ ਪੈਦਾ ਕਰਕੇ ਉਸ ਨੂੰ ਵੇਖਦਾ। ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਪੈਦਾ ਵੀ ਕਰਦਾ, ਫਿਰ ਪੈਦਾ ਕੀਤੇ ਹੋਏ ਨੂੰ ਵੇਖਦਾ ਵੀ ਹੈ ਵੀ ਠੀਕ ਕੰਮ ਕਰਦੇ ਪਏ ਜੀਵ ਜੰਤ। ਸਾਰਿਆਂ ਦੇ ਉੱਪਰ ਤੇਰਾ ਧਿਆਨ ਹੈ। ਜੋਤ ਜੀ
ਅਸੰਖ ਦੇ ਆਧਾਰ। ਇਹ ਜੋਤੀ ਰੂਪ ਪਰਮਾਤਮਾ ਅਸੰਖ ਕਹੀਏ ਬੇਅੰਤ ਜੀਵ ਨੇ, ਸਾਰਿਆਂ ਨੂੰ ਆਧਾਰ ਕਹੀਏ ਆਸਰਾ ਤੁਸੀਂ ਆਪ ਹੀ ਦੇਣ ਵਾਲੇ ਹੋ। ਤੂੰ ਸਰ ਸਾਗਰ ਗੁਣ ਗਹੀਰ। ਆਪ ਹੀ ਸ਼ੁਭ ਗੁਣਾਂ ਦੇ ਗਹੀਰ ਕਹੀਏ ਸਮੁੰਦਰ ਹੋ ਪਰਮਾਤਮਾ। ਸ਼ੁਭ ਗੁਣ ਜਿਹੜੇ ਨੇ, ਸ਼ੁਭ ਗੁਣਾਂ ਰੂਪੀ ਗਹੀਰ ਸਾਗਰ, ਆਪ ਹੀ ਸਮੁੰਦਰ ਹੋ ਰਹੇ ਹੋ। ਤੁਹਾਡੇ ਤੇ ਤੁਲ ਤੁਹਾਡੇ ਵਰਗਾ ਕੋਈ ਦੂਜਾ ਨਹੀਂ ਹੈ। ਤੂੰ ਅਕੁਲ ਨਰੰਜਨ ਪਰਮਹੀਰ। ਆਪ ਹੀ ਅਕੁਲ ਕਹੀਏ ਕੁਲਾਂ ਤੋਂ ਰਹਿਤ ਹੋ, ਆਪ ਹੀ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਹੋ। ਪਰਮ ਹੀਰ ਸ਼ੁੱਧ ਹੀਰੇ ਵਾਂਗ ਆਪ ਜੀ ਦਾ ਸੁੰਦਰ ਸਰੂਪ ਹੈ। ਤੂੰ ਆਪੇ ਕਰਤਾ ਕਰਨ ਜੋਗ। ਇਹ ਸਭ ਕੁਝ ਕਰਨ ਦੇ ਯੋਗ ਸਮਰੱਥ ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲੇ ਹੋ। ਨਿਹ ਕੇਵਲ ਰਾਜਨ ਸੁਖੀ ਲੋਗ। ਆਪ ਨਿਹ ਕੇਵਲ ਹੋ, ਨਿਹ ਕੇਵਲ ਤੋਂ ਭਾਵ ਸੁੱਧ ਸਰੂਪ ਹੋ। ਵੱਡੇ ਵੱਡੇ ਜਿਹੜੇ ਰਾਜਿਆਂ ਨੇ, ਰਾਜਿਆਂ ਵਿੱਚੋਂ ਆਪ ਸਭ ਤੋਂ ਵੱਡੇ ਰਾਜੇ ਹੋ। ਰਾਜਨ ਮੈਂ ਤੂੰ ਰਾਜਾ ਕਹੀਏ, ਰਾਜਿਆਂ ਦੇ ਵਿੱਚੋਂ ਵੱਡੇ ਰਾਜੇ ਤੁਹਾਨੂੰ ਹੀ ਕਿਹਾ ਜਾਂਦਾ ਹੈ। ਐਸੇ ਆਪ ਸੁੱਧ ਸਰੂਪ ਹੋ। ਸੁਖੀ ਲੋਗ ਅਤੇ ਆਪਣਿਆਂ ਸੰਤਾਂ ਭਗਤਾਂ ਨਾਮ ਜਪਣ ਵਾਲਿਆਂ ਨੂੰ ਸੁਖ ਦੇਣ ਵਾਲੇ ਹੋ। ਨਾਨਕ ਧਰਾਪੇ ਹਰ ਨਾਮ ਸਵਾਦ। ਗੁਰਮੁਖੋ ਜਿਨ੍ਹਾਂ ਨੇ ਨਾਮ ਦਾ ਸਵਾਦ ਲਿਆ ਹੈ ਨਾ, ਧਰਾਪੇ ਦੁਨੀਆ ਵਿੱਚ ਰੱਜੇ ਉਹ ਨੇ। ਰੱਜੇ ਕੌਣ ਨੇ? ਜਿਨ੍ਹਾਂ ਨੇ ਨਾਮ ਦਾ ਸਵਾਦ ਲਿਆ, ਨਹੀਂ ਤੇ ਦੁਨੀਆ ਵਿੱਚ ਰੱਜਿਆ ਕੋਈ ਨਹੀਂ। ਕੋਟ ਜੋੜੇ ਲੱਖ ਕਰੋੜੇ ਮਾਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਪਾਤਸ਼ਾਹ ਕਹਿੰਦੇ ਕੋਈ ਵਿਰਲਾ ਹੀ ਰੱਜਿਆ, ਰੱਜਿਆ ਉਹ ਹੈ ਜਿਹਨੇ ਨਾਮ ਨੂੰ ਜਪਿਆ ਹੈ। ਬਿਨ ਹਰਿ ਗੁਰ ਪ੍ਰੀਤਮ ਜਨਮ ਬਾਦ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਪ੍ਰੀਤਮ ਹਰੀ ਪਰਮਾਤਮਾ, ਗੁਰੂ ਤੋਂ ਬਿਨਾਂ ਤੇ ਜਨਮ ਬਾਦ ਕਹੀਏ ਵਿਅਰਥ ਹੀ ਹੈ। ਜਿਹਨੇ ਗੁਰੂ ਨਹੀਂ ਨਾ ਧਾਰਨ ਕੀਤਾ, ਮਨਮੁਖ ਹੈ ਨਾ, ਕਹਿੰਦੇ ਭਾਈ ਉਹਦਾ ਜਨਮ ਤੇ ਵਿਅਰਥ ਹੀ ਹੈ, ਕਿਸੇ ਕੰਮ ਨਹੀਂ ਆਇਆ ਹੈ। ਬਸੰਤ ਹਿੰਡੋਲ ਮਹੱਲਾ ਪਹਿਲਾ ਘਰ ਦੂਜਾ। ਬਸੰਤ ਹਿੰਡੋਲ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੂਜੇ ਘਰ ਦਾ ਸ਼ਬਦ ਬਖਸ਼ਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪਰਮਾਤਮਾ ਇੱਕ ਹੈ। ਇੱਕ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੇ ਨਾਲ ਹੁੰਦੀ ਹੈ। 9 7 14 3 4। ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਮੱਕੇ ਗਏ ਨਾ, ਤੀਰਥਾਂ ਦੀ ਯਾਤਰਾ ਕਰਦਿਆਂ, ਦੁਨੀਆ ਦਾ ਭਲਾ ਕਰਦਿਆਂ ਹੋਇਆਂ, ਥਾਵਾਂ ਥਾਵਾਂ ਤੇ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ। ਜਿਸ ਵੇਲੇ ਆਪ ਮੱਕੇ ਗਏ ਤੇ ਉੱਥੇ ਮਹਾਰਾਜ ਨੇ ਜਾ ਕੇ ਸ਼ਬਦ ਉਚਾਰਿਆ, ਪਰਮੇਸ਼ਰ ਦੀ ਸਿਫਤ ਬਖਸ਼ਿਸ਼ ਕਰਦੇ। ਜਿਵੇਂ ਕਿ ਰਹਾਉ ਦੀ ਪੰਕਤੀ ਹੈ, ਐਸੀ ਸਖਤ ਤੁਮਾਰੀ, ਪਰਮਾਤਮਾ ਤੇਰੇ ਵਿੱਚ ਬੜੀ ਵੱਡੀ ਸ਼ਕਤੀ ਹੈ। ਤੇ ਕਿਸੇ ਨੇ ਪੁੱਛਿਆ ਵੀ ਪਰਮਾਤਮਾ ਵਿੱਚ ਸ਼ਕਤੀ ਹੈ ਤੇ ਮਹਾਰਾਜ ਦੱਸੋ ਫਿਰ ਉਹ ਸ਼ਕਤੀ ਹੈ ਕਿੱਥੇ ਹੈ ਤੇ ਪਰਮਾਤਮਾ ਕਰਦਾ ਕੀ ਹੈ? ਤੇ ਮਹਾਰਾਜ ਫਿਰ ਇਹ ਸ਼ਬਦ ਬਖਸ਼ਦੇ ਹਨ। 9 7 14 3 4। ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਸ਼ਕਤੀ ਹੈ ਤੇ ਉਸ ਨੇ ਇਹ 9 ਖੰਡ ਦੀ ਧਰਤੀ ਤਾਂ ਹੀ ਬਣਾਈ ਹੈ ਨਾ। 9 ਖੰਡ ਪ੍ਰਿਥਵੀ ਫਿਰੈ ਮਹਾ ਉਦਾਸ ਤਪੀਸਰ। ਇਹ 9 ਖੰਡੀ ਧਰਤੀ ਉਹਨੇ ਬਣਾਈ ਹੈ। ਜੇ ਉਹਦੇ ਵਿੱਚ ਸ਼ਕਤੀ ਹੈ ਤੇ ਤਾਂ ਹੀ ਉਹਨੇ ਬਣਾਈ ਹੈ। ਅਗਲਾ ਬਚਨ ਆਖਦੇ 7 ਤੇ 7 ਦੀਪ ਨੇ, ਜੰਬੂ ਦੀਪ ਹੈ, ਦੀਪਾਂ ਦੇ ਨਾਮ ਨੇ ਵੀ 7 ਦੀਪ ਵੀ ਮਹਾਰਾਜ ਤੁਸੀਂ ਬਣਾਏ ਇਸ ਬ੍ਰਹਿਮੰਡ ਦੇ ਅੰਦਰ। ਇਹ ਇੱਕ ਬ੍ਰਹਿਮੰਡ ਦਾ ਵਰਣਨ ਹੈ ਵੀ ਇੱਕ ਬ੍ਰਹਿਮੰਡ ਦੇ ਵਿੱਚ 9 ਖੰਡੀ ਧਰਤੀ ਹੈ, 7 ਦੀਪ ਆਪ ਨੇ ਬਣਾਏ ਅਤੇ 14 ਲੋਕ ਬਣਾਏ, 7 ਪਤਾਲ ਨੇ ਤੇ 7 ਹੀ ਆਕਾਸ਼ ਨੇ। ਪਾਤਸ਼ਾਹ 14 ਲੋਕ, 7 ਪਤਾਲ ਤੇ 7 ਆਕਾਸ਼ ਇਹ ਵੀ ਤੁਸੀਂ ਬਣਾਏ। 14 3 4 3 ਜਿਹੜੇ ਸ਼ੁਭ ਗੁਣ ਨੇ, 3 ਗੁਣ ਰਜੋ ਗੁਣ, ਤਮੋ ਗੁਣ, ਸਤੋ ਗੁਣ ਇਹ ਵੀ ਆਪ ਨੇ ਬਣਾਏ ਅਤੇ 4 ਜਿਹੜੇ ਵੇਦ ਨੇ ਇਹ ਵੀ ਆਪ ਜੀ ਨੇ ਬਣਾਏ, ਪੈਦਾ ਕੀਤੇ। ਦੁਬਾਰਾ ਫਿਰ ਮਹਾਰਾਜ ਸਾਹਿਬ ਜੀ ਬਖਸ਼ਦੇ ਹਨ। 9 7 14 3 4। ਗੁਰਮੁਖੋ 9 ਗੋਲਕਾਂ ਵਾਲਾ ਇਹ ਸਰੀਰ ਹੈ। ਸਾਡੇ ਸਰੀਰ ਦੇ ਵਿੱਚ 9 ਮੋਰੀਆਂ ਰੱਖੀਆਂ ਰੱਬ ਨੇ, 9 ਰਾਹ ਰੱਖੇ ਹੋਏ, ਜਾਂ ਕਹਿ ਲਈਏ ਵੀ 9 ਦਰਵਾਜ਼ੇ ਰੱਖੇ ਅਕਾਲ ਪੁਰਖ। ਇਹ 9 ਦਰਵਾਜ਼ਿਆਂ ਵਾਲਾ ਸਰੀਰ ਵੀ ਤੁਸੀਂ ਬਣਾਇਆ ਹੈ, ਇਹਦੇ ਮਾਲਕ ਵੀ ਤੁਸੀਂ ਹੋ। ਐਸੀ ਸਖਤ ਤੁਮਾਰੀ, ਤੁਹਾਡੇ ਵਿੱਚ ਐਸੀ ਸ਼ਕਤੀ ਹੈ। ਗੁਰਮੁਖੋ ਆਪਾਂ ਗੱਡੀ ਚਲਾਉਂਦੇ ਆ ਨਾ ਤੇ ਗੱਡੀ ਦੇ ਟਾਇਰ ਵਿੱਚ ਨਿੱਕਾ ਜਿਹਾ ਕੋਈ ਛੇਕ ਹੋ ਜਾਵੇ ਤੇ ਉਹਦੀ ਹਵਾ ਨਿਕਲ ਜਾਂਦੀ ਹੈ, ਟਾਇਰ ਕੰਮਦਾ ਨਹੀਂ ਰਹਿੰਦਾ।
ਸਾਡੇ ਸਰੀਰ ਵਿੱਚ ਰੱਬ ਨੇ 9 ਮੋਰੀਆਂ ਬਣਾ ਦਿੱਤੀਆਂ, ਤੇ ਫਿਰ ਵੀ ਸਾਹ ਇਹਦੇ ਅੰਦਰ ਹੀ ਚੱਲਦੇ ਪਏ, ਬਾਹਰ ਨਹੀਂ ਨਿਕਲਦੇ ਜਿੰਨਾ ਚਿਰ ਉਹ ਨਹੀਂ ਨਾ ਚਾਹੁੰਦਾ। ਜਦੋਂ ਉਹ ਚਾਹੁੰਦਾ ਹੈ ਉਦੋਂ ਸਾਹ ਪੂਰੇ ਹੁੰਦੇ, ਪਰ ਜਿੰਨਾ ਚਿਰ ਨਹੀਂ ਚਾਹੁੰਦਾ ਇਹ ਮੋਰੀਆਂ, ਇਹ ਸ਼ਰਾਖ ਬਣੇ ਸਰੀਰ ਦੇ ਵਿੱਚ 9 ਦਰਵਾਜ਼ੇ, ਉਹ ਸਾਹ ਨਿਕਲਣ ਨਹੀਂ ਦਿੰਦਾ ਆਪਣੇ ਹੁਕਮ ਤੋਂ ਬਿਨਾਂ। ਐਸਾ ਉਹ ਸਮਰੱਥ ਹੈ। ਕਹਿੰਦੇ ਅਕਾਲ ਪੁਰਖ ਆਪ ਜੀ ਨੇ 9 ਗੋਲਕਾਂ ਦਾ ਇਹ ਸਰੀਰ ਬਣਾਇਆ ਹੈ, ਤੇ 7 ਜਿਹੜੇ 5 ਤੱਤ ਨੇ, ਅੱਗ ਹੈ, ਹਵਾ ਹੈ, ਪਾਣੀ ਤੇ ਧਰਤੀ ਤੇ ਆਕਾਸ਼, ਇਹ 5 ਤੱਤ, ਮਨ ਤੇ ਬੁੱਧ, ਇੱਕ ਮਨ ਇਹ 6ਵਾਂ ਤੇ ਬੁੱਧ ਹੈ 7ਵੀਂ, ਇਹ ਆਪ ਜੀ ਨੇ 7 ਚੀਜ਼ਾਂ ਬਣਾ ਕੇ ਤੇ ਸਰੀਰ ਬਣਾਇਆ ਹੈ। ਇਸੇ ਤਰ੍ਹਾਂ ਇਹ 14 ਹੈ 5 ਸ਼ੁਭ ਗੁਣ, 5 ਕਹੀਏ ਗਿਆਨ, ਇਸੇ ਤਰ੍ਹਾਂ ਤੇ 5 ਕਹੀਏ ਕਰਮ ਇੰਦਰੇ, ਤੇ 5 ਕਹੀਏ ਗਿਆਨ ਇੰਦਰੇ, ਜਿੱਥੋਂ ਗਿਆਨ ਮਿਲੇ ਉਹ 5 ਨੇ ਗਿਆਨ ਇੰਦਰੇ। ਜਿਨ੍ਹਾਂ 5 ਅੰਗਾਂ ਦੇ ਨਾਲ ਅਸੀਂ ਕੋਈ ਕੰਮ ਕਰਦੇ ਹਾਂ ਉਹ ਨੇ 5 ਕਰਮ ਇੰਦਰੇ, ਤੇ 4 ਜਿਹੜੇ ਅੰਤःਕਰਨ ਨੇ ਇਹ ਆਪ ਜੀ ਨੇ ਬਣਾ ਕੇ ਇਹ 14 ਪੂਰੇ ਕੀਤੇ। 5 ਕਰਮ ਇੰਦਰੇ, 5 ਗਿਆਨ ਇੰਦਰੇ 10, ਤੇ 4 ਆਪ ਜੀ ਨੇ ਅੰਤःਕਰਨ ਬਣਾਏ। ਇਹ 14 ਸਾਜੇ ਆਪ ਨੇ ਸਰੀਰ ਬਣਾਉਣ ਵਾਸਤੇ। ਅਤੇ ਇਸੇ ਤਰ੍ਹਾਂ ਜਿਹੜੇ 3 ਹਨ, 3 ਸੁਭਾਅ ਨੇ ਬੰਦੇ ਦੇ, ਉਹ ਆਪ ਜੀ ਨੇ ਬਣਾਏ। ਅਤੇ 4 ਉੱਤਮ, ਮੱਧਮ, ਕਨਿਸ਼ਟ, ਅਤੇ ਇਸੇ ਤਰ੍ਹਾਂ ਇਹ ਆਪ ਜੀ ਨੇ 4 ਤਰ੍ਹਾਂ ਦੇ ਵਿਅਕਤੀ ਬਣਾਏ। ਉੱਤਮ ਚੰਗਾ ਉਪਦੇਸ਼ ਦੇਣ ਵਾਲੇ, ਮੱਧਮ ਕਹੀਏ ਦਰਮਿਆਨਾ ਉਪਦੇਸ਼ ਦੇਣ ਵਾਲੇ, ਅਤੇ ਨੀਚ ਮਾੜਾ ਉਪਦੇਸ਼ ਦੇਣ ਵਾਲੇ, ਅਤੇ ਇਸੇ ਤਰ੍ਹਾਂ ਉਸ ਤੋਂ ਵੀ ਥੱਲੇ ਜਿਨ੍ਹਾਂ ਨੂੰ ਅਦਮ ਕਿਹਾ ਜਾਂਦਾ ਹੈ, ਇਹ ਅਦਮ ਬਣਾਏ। ਇਸ ਤਰ੍ਹਾਂ ਆਪਣੇ ਵੱਖਰੇ ਵੱਖਰੇ ਸਰੀਰ ਸਾਜੇ ਹਨ। ਕਰ ਮਹਿਲਤ 4 ਬਹਾਲੀ, ਇਸ ਤਰ੍ਹਾਂ ਇਹ ਆਪ ਜੀ ਨੇ 4 ਕਹੀਏ ਸੁੰਦਰ, ਸੁੰਦਰ ਜਿਹੜੀ ਚੌਂਕੜੀ ਹੈ ਇਸ ਤਰ੍ਹਾਂ ਦੀ ਬਣਾਈ ਹੈ। ਮਹਿਲਤ ਭਾਵ ਹੈ ਬਣਾਵਟ, ਆਪ ਜੀ ਨੇ ਸੋਹਣੀ ਐਸੀ ਬਣਾਵਟ ਬਣਾ ਕੇ ਬਹਾਲੀ ਕਹੀਏ ਸਥਿਤ ਕੀਤੀ ਹੈ, ਟਿਕਾ ਕੇ ਰੱਖੀ ਹੈ। ਜਾਂ ਕਹਿ ਲਈਏ ਵੀ ਇਹੋ ਜਿਹਾ ਸੋਹਣਾ ਸਰੀਰ ਬਣਾ ਕੇ ਆਪ ਨੇ ਟਿਕਾ ਕੇ ਰੱਖਿਆ ਹੋਇਆ। ਐਸੀ ਕਿਰਪਾ ਕਰਦੇ ਹੋ। 4 ਦੀਵੇ 4 ਹੱਥ ਦੀਏ, ਗੁਰਮੁਖੋ 4 ਦੀਵੇ ਨੇ, ਦੀਵਾ ਕਰਦਾ ਪ੍ਰਕਾਸ਼, ਤੇ ਪ੍ਰਕਾਸ਼ ਗਿਆਨ ਦਿੰਦੇ ਨੇ ਗ੍ਰੰਥ। ਮਹਾਰਾਜ ਆਪ ਨੇ 4 ਗ੍ਰੰਥ ਰਚੇ। ਇੱਕ ਦਾ ਨਾਮ ਹੈ ਸਾਮਵੇਦ, ਇੱਕ ਦਾ ਨਾਮ ਹੈ ਰਿਗਵੇਦ, ਇੱਕ ਦਾ ਨਾਮ ਹੈ ਗੁਰਮੁਖੋ ਜਜੁਰਵੇਦ, ਤੇ ਇੱਕ ਦਾ ਨਾਮ ਹੈ ਅਥਰਵਣ ਵੇਦ। ਇਹ 4 ਜਿਹੜੇ ਵੇਦ ਰਚੇ ਨੇ ਇਹ ਗਿਆਨ ਦੇਣ ਵਾਸਤੇ। ਤੇ ਦਿੱਤੇ ਕਿੱਥੇ ਨੇ? ਕਹਿੰਦੇ ਚੌਹੋਂ ਹੱਥ ਦੀਏ। ਇਹ ਜਿਹੜੇ 4 ਯੁੱਗ ਨੇ ਨਾ, ਇਹ 4 ਯੁਗੀ ਹੱਥਾਂ ਦੇ ਵਿੱਚ ਦਿੱਤੇ। ਸਤਿਯੁਗ ਦੇ ਵਿੱਚ ਗੁਰਮੁਖੋ ਸ਼ਾਮ ਵੇਦ ਹੈ, ਸਾਮ ਕਹੈ ਸੇ ਤੰਬਰ ਸੁਆਮੀ, ਸੱਚ ਮੇ ਆਛੈ ਸਾਚ ਰਹਿ, ਗੁਰਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ। ਇਹ ਜਿਹੜਾ ਸ਼ਾਮ ਵੇਦ ਹੈ ਇਹ ਸਤਿਯੁਗ ਦਾ ਗ੍ਰੰਥ ਹੈ। ਅਤੇ ਸਤਿਯੁਗ ਦੇ ਵਿੱਚ ਅਵਤਾਰ ਹੋਇਆ ਹੰਸਾ ਅਵਤਾਰ। ਹੰਸਾ ਅਵਤਾਰ ਨੇ ਆਖਿਆ ਸੀ ਚਿੱਟੇ ਕੱਪੜੇ ਪਾਉਣੇ ਚਾਹੀਦੇ। ਇਹ ਜਿਹੜਾ ਸ਼ਾਮ ਵੇਦ ਜਦੋਂ ਪੜ੍ਹਦੇ ਨੇ ਨਾ, ਅੱਜ ਵੀ ਜਿਹੜੇ ਬ੍ਰਾਹਮਣ ਨੇ ਇਸ ਵੇਦ ਨੂੰ ਪੜ੍ਹਨ ਵਾਸਤੇ ਚਿੱਟੇ ਕੱਪੜੇ ਪਾ ਲੈਂਦੇ, ਕਿਉਂਕਿ ਹੰਸਾ ਅਵਤਾਰ ਸਤਿਯੁਗ ਦਾ ਹੈ, ਤੇ ਚਿੱਟੇ ਵਸਤਰ ਉਹ ਪਹਿਨਿਆ ਕਰਦੇ। ਤੇ ਪਾਤਸ਼ਾਹ ਕਹਿਣ ਲੱਗੇ ਵੀ ਉਸ ਵੇਲੇ ਇਹ ਵੇਦ ਪੜ੍ਹਿਆ ਜਾਣ ਲੱਗਾ। ਸ਼ਾਮ ਵੇਦ ਇਹ ਸਤਿਯੁਗ ਦਾ ਵੇਦ ਹੈ। ਇਹ ਜਿਹੜਾ ਗ੍ਰੰਥ ਹੈ ਚਿੱਟੇ ਕੱਪੜੇ ਇਸ ਨੂੰ ਪਾਉਂਦੇ ਪੜ੍ਹਨ ਵੇਲੇ। ਅਤੇ ਸਤਿਯੁਗ ਦੇ ਵਿੱਚ ਬ੍ਰਾਹਮਣਾਂ ਦਾ ਰਾਜ ਹੈ। ਇਹ ਗ੍ਰੰਥਕਾਰਾਂ ਨੇ ਲਿਖਿਆ ਵੀ ਬ੍ਰਾਹਮਣ ਰਾਜ ਕਰਦਾ ਸੀ ਸਤਿਯੁਗ ਦੇ ਵਿੱਚ। ਗੁਰਮੁਖੋ ਅੱਗੇ ਦੁਨੀਆ ਚੱਲੀ ਹੈ। ਫਿਰ ਆਇਆ ਤ੍ਰੇਤਾ ਯੁੱਗ। ਤ੍ਰੇਤੇ ਯੁੱਗ ਦੇ ਵਿੱਚ ਫਿਰ ਦੂਜਾ ਗ੍ਰੰਥ ਜਿਸ ਨੂੰ ਕਿਹਾ ਜਾਂਦਾ ਹੈ ਰਿਗਵੇਦ। ਇਹ ਰਿਗਵੇਦ ਰੂਪੀ ਗ੍ਰੰਥ ਆ ਗਿਆ। ਇਸ ਗ੍ਰੰਥ ਨੂੰ ਪੜ੍ਹਨ ਵਾਸਤੇ ਬ੍ਰਾਹਮਣਾਂ ਨੂੰ ਲਾਲ ਰੰਗ ਦੇ ਕੱਪੜੇ ਪਾਉਣੇ ਪੈਂਦੇ। ਲਾਲ ਕੱਪੜੇ ਪਾ ਕੇ ਇਹ ਰਿਗਵੇਦ ਨਾਮ ਦਾ ਗ੍ਰੰਥ ਪੜ੍ਹਿਆ ਜਾਂਦਾ ਹੈ। ਤੇ ਤ੍ਰੇਤੇ ਦੇ ਵਿੱਚ ਖੱਤਰੀਆਂ ਦਾ ਰਾਜ ਸੀਗਾ, ਜਿਹਨੂੰ ਛਤਰੀ ਕਿਹਾ ਜਾਂਦਾ। ਛਤਰੀਆਂ ਦਾ ਰਾਜ, ਭਗਵਾਨ ਰਾਮਚੰਦਰ ਜੀ ਛਤਰੀ ਹੋਏ ਨਾ, ਕਿ ਉਸ ਵੇਲੇ ਇਸ ਤਰ੍ਹਾਂ ਦੇ ਛਤਰੀ ਰਾਜੇ ਰਾਜ ਕਰਦੇ ਸਨ। ਅਤੇ ਇਹ ਗ੍ਰੰਥ ਰਿਗਵੇਦ ਇਹ ਤ੍ਰੇਤੇ ਯੁੱਗ ਦਾ ਗ੍ਰੰਥ ਹੈ। ਲਾਲ ਕੱਪੜੇ ਪਾ ਕੇ ਪੜ੍ਹਦੇ। ਇਤਿਹਾਸਕਾਰਾਂ ਨੇ ਲਿਖਿਆ ਹੈ ਜਦੋਂ ਭਗਵਾਨ ਰਾਮ ਜੀਆਂ ਨੂੰ 14 ਸਾਲ ਦਾ ਬਨਵਾਸ ਮਿਲਿਆ ਸੀਗਾ, ਉਹਨਾਂ ਨੇ ਆਪਣਾ ਮਹਿਲ ਛੱਡਿਆ ਸੀਗਾ ਜੰਗਲ ਵਿੱਚ ਜਾਣ ਵਾਸਤੇ, ਉਦੋਂ ਲਾਲ ਰੰਗ ਦੇ ਕੱਪੜੇ ਆਪਣੇ ਤਨ ਤੇ ਪਾਏ ਸਨ। ਲਾਲ ਕੱਪੜੇ ਪਾ ਕੇ ਆਪਣੇ ਘਰ ਨੂੰ ਛੱਡ ਕੇ ਤੇ 14 ਸਾਲਾਂ ਦੇ ਬਨਵਾਸ ਤੇ ਤੁਰੇ।
ਕਿਉਂਕਿ ਉਸ ਵੇਲੇ ਦਾ ਇਹ ਧਰਮ ਸੀਗਾ ਵੀ ਲਾਲ ਕੱਪੜੇ ਪਾ ਕੇ ਛਤਰੀ ਜਿਹੜਾ ਹੈ ਇਸ ਧਾਰਮਿਕ ਗ੍ਰੰਥ ਨੂੰ ਰਿਗਵੇਦ ਨੂੰ ਸੁਣ ਸਕਦਾ ਹੈ। ਅਗਲਾ ਯੁੱਗ ਆ ਗਿਆ ਦੁਆਪਰ ਯੁੱਗ। ਦੁਆਪਰ ਯੁੱਗ ਦੇ ਵਿੱਚ ਗੁਰਮੁਖੋ ਜਜੁਰ ਨਾਮ ਦਾ ਵੇਦ ਪੜ੍ਹਿਆ ਜਾਂਦਾ ਹੈ। ਇਸ ਵੇਦ ਨੂੰ ਪੜ੍ਹਨ ਦੀ ਮਰਿਆਦਾ ਇਹ ਹੈ ਕਿ ਇਹਨੂੰ ਪੜ੍ਹਨ ਵਾਸਤੇ ਪੀਲੇ ਰੰਗ ਦੇ ਵਸਤਰ ਪਾਉਣੇ ਪੈਂਦੇ। ਭਗਵਾਨ ਕ੍ਰਿਸ਼ਨ ਜੀ ਪੀਲੇ ਰੰਗ ਦੇ ਵਸਤਰ ਆਪਣੇ ਤਨ ਤੇ ਧਾਰਨ ਕਰਦੇ। ਗੁਰਬਾਣੀ ਵਿੱਚ ਕਿੰਨੇ ਥਾਵਾਂ ਤੇ ਭਗਵਾਨ ਕ੍ਰਿਸ਼ਨ ਨੂੰ ਸੰਬੋਧਨ ਕਰਦਿਆਂ ਪੀਲੇ ਰੰਗ ਦੇ ਵਸਤਰਾਂ ਵਾਲਾ ਹੀ ਕਥਨ ਕੀਤਾ ਹੈ। ਸੋ ਕਹਿਣ ਲੱਗੇ ਵੀ ਇਹ ਦੁਆਪਰ ਯੁੱਗ ਦੀ ਮਰਿਆਦਾ ਸੀਗੀ ਕਿ ਜਿਹਨੇ ਇਹ ਜਜੁਰਵੇਦ ਪੜ੍ਹਨਾ ਹੈ ਉਹ ਪੀਲੇ ਕੱਪੜੇ ਪਾਵੇ। ਤੇ ਸਮੇਂ ਦਾ ਅਵਤਾਰ ਭਗਵਾਨ ਕ੍ਰਿਸ਼ਨ ਜੀ ਨੂੰ ਮੰਨਿਆ ਗਿਆ। ਉਹਨਾਂ ਨੇ ਇਸ ਗ੍ਰੰਥ ਨੂੰ ਅੱਗੇ ਤੇ ਉਸ ਵੇਲੇ ਰਾਜ ਜਿਹੜਾ ਸੀਗਾ ਉਹ ਰਾਜ ਬੈਂਸਾਂ ਦਾ ਰਾਜ ਸੀਗਾ। ਬੈਂਸ ਜਿਹੜੇ ਨੇ ਰਾਜ ਕਰਨ ਵਾਲੇ, ਸੋ ਇਸ ਤਰ੍ਹਾਂ ਬੈਂਸ ਰਾਜ ਕਰਿਆ ਕਰਦੇ। ਅੱਗੇ ਗੁਰਮੁਖੋ ਆ ਗਿਆ ਕਲਯੁਗ। ਕਲਯੁਗ ਦੇ ਵਿੱਚ ਜਿਹੜਾ ਗ੍ਰੰਥ ਹੈ ਕਲਮੈ ਵੇਦ ਅਥਰਵਣ ਹੁਆ। ਕਲਯੁਗ ਦਾ ਜਿਹੜਾ ਵੇਦ ਹੈ ਉਹ ਥਰਵਣ ਵੇਦ ਹੈ। ਤੇ ਕਲਯੁਗ ਦਾ ਜਿਹੜਾ ਅਵਤਾਰ ਹੈ ਉਹ ਕਲਕੀ ਅਵਤਾਰ ਮੰਨਿਆ ਹੈ। ਕਲਯੁਗ ਦੇ ਜਿਹੜੇ ਕੱਪੜੇ ਨੇ ਉਹ ਕਾਲੇ ਕੱਪੜੇ ਮੰਨੇ ਨੇ, ਕਾਲੇ ਰੰਗ ਦੇ, ਕਿ ਜਿਹੜਾ ਕਲਕੀ ਅਵਤਾਰ ਹੋਵੇਗਾ ਉਹ ਕਾਲੇ ਰੰਗ ਦੇ ਕੱਪੜੇ ਪਾਵੇਗਾ। ਤੇ ਕਲਯੁਗ ਦੇ ਵਿੱਚ ਅਥਰਵਣ ਵੇਦ ਦੀ ਮਰਿਆਦਾ ਚੱਲੇਗੀ। ਤੇ ਕਲਯੁਗ ਦੇ ਵਿੱਚ ਸ਼ੂਦਰਾਂ ਦਾ ਰਾਜ ਹੋਵੇਗਾ। ਅੱਜ ਸ਼ੂਦਰਾਂ ਦਾ ਰਾਜ ਹੀ ਚੱਲਦਾ ਪਿਆ ਹੈ, ਕਿਉਂਕਿ ਅੱਜ ਰਾਜ ਜਿਹੜਾ ਵੋਟ ਦੇ ਆਸਰੇ ਹੈ, ਜਿਹਦੀਆਂ ਵੋਟਾਂ ਵੱਧ ਨੇ ਉਹਦਾ ਰਾਜ ਹੈ। ਤੇ ਤੁਸੀਂ ਆਮ ਹੀ ਵੇਖਦੇ ਹੋ ਕਿ ਕੁਝ ਲੋਕ ਵੋਟ ਵਧਾਉਣ ਵਾਸਤੇ ਜਨਸੰਖਿਆ ਵਧਾਉਂਦੇ ਪਏ। ਇਹ ਕਲਯੁਗ ਦੀ ਮਰਿਆਦਾ ਹੈ ਵੀ ਕਲਯੁਗ ਦੇ ਵਿੱਚ ਸ਼ੂਦਰਾਂ ਦਾ ਰਾਜ ਹੋਵੇਗਾ। ਨਾ ਬ੍ਰਾਹਮਣ ਦਾ, ਨਾ ਖੱਤਰੀ ਦਾ, ਨਾ ਬੈਸ ਦਾ, ਸ਼ੂਦਰ ਰਾਜ ਕਰਨਗੇ। ਅਤੇ ਉਹ ਰਾਜ ਹੁੰਦਾ ਪਿਆ। ਕਾਲੇ ਰੰਗ ਦੇ ਵਸਤਰ ਪਾਉਣੇ, ਅਥਰਵਣ ਵੇਦ ਨੂੰ ਪੜ੍ਹਨਾ, ਇਹ ਕਲਯੁਗ ਦੀ ਮਰਿਆਦਾ ਹੈ। ਗੁਰਮੁਖੋ ਪਹਿਲਿਆਂ ਯੁੱਗਾਂ ਦੇ ਵਿੱਚ ਜੇ ਕੋਈ ਸਤਯੁਗ ਦੇ ਵਿੱਚ ਪਾਪ ਕਰਦਾ ਸੀਗਾ ਤੇ ਉਸ ਦੀ ਸਜ਼ਾ ਸਾਰੇ ਦੇਸ਼ ਨੂੰ ਮਿਲਦੀ ਸੀ। ਜਿਵੇਂ ਇੱਕ ਰਾਜੇ ਨੇ ਕੁਕਰਮ ਕੀਤਾ ਸੀਗਾ ਗੁਰਮੁਖੋ ਸਤਯੁਗ ਦੇ ਵਿੱਚ, ਉਹਦੇ ਰਾਜ ਨੂੰ ਸਜ਼ਾ ਇਹ ਮਿਲੀ ਸੀ ਵੀ ਸਾਰੇ ਦੇਸ਼ ਦੇ ਵਿੱਚ ਰੇਤਾ ਦਾ ਮੀਂਹ ਪਿਆ ਸੀ। ਜਿਵੇਂ ਮੀਂਹ ਦੇ ਵਿੱਚ ਪਾਣੀ ਡਿੱਗਦਾ ਨਾ, ਉਹਦੇ ਦੇਸ਼ ਦੇ ਵਿੱਚ ਆਕਾਸ਼ ਦੇ ਵਿੱਚੋਂ ਰੇਤਾ ਡਿੱਗੀ ਤੇ ਸਾਰੇ ਦੇਸ਼ ਵਿੱਚ ਕਾਲ ਪੈ ਗਿਆ, ਅਨਾਜ ਮੁੱਕ ਗਿਆ ਸੀਗਾ। ਇਹ ਸਤਯੁਗ ਦੀ ਮਰਿਆਦਾ ਸੀਗੀ ਕਿ ਜਿਹੜਾ ਬੰਦਾ ਪਾਪ ਕਰੇ ਉਸ ਦੇ ਸਾਰੇ ਦੇਸ਼ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜੇ ਕੋਈ ਬੰਦਾ ਪੁੰਨ ਕਰਮ ਕਰੇ ਉਹਨੂੰ ਉਸ ਪੁੰਨ ਦਾ ਫਲ 100 ਵਾਰੀ ਮਿਲਦਾ ਸੀ। ਪੁੰਨ ਇੱਕ ਵਾਰੀ ਕੀਤਾ, ਫਲ ਉਹਦਾ 100 ਵਾਰੀ ਵਾਰ-ਵਾਰ ਮਿਲਦਾ ਸੀ। ਜੇ ਕੋਈ ਬੰਦਾ ਪਾਪ ਕਰਦਾ ਸੀ ਉਹਦਾ ਫਲ ਉਸ ਨੂੰ 100 ਵਾਰੀ ਦੁੱਖ ਮਿਲਦਾ ਸੀਗਾ। ਜੇ ਦੁੱਖ ਦਿੱਤਾ ਤੇ ਪਾਪ ਦਾ ਫਲ ਵੀ 100 ਵਾਰੀ ਮਿਲਣਾ, ਪੁੰਨ ਕੀਤਾ ਤੇ ਉਸ ਦਾ ਫਲ ਵੀ 100 ਵਾਰੀ ਮਿਲਣਾ ਹੈ। ਤ੍ਰੇਤੇ ਯੁੱਗ ਦਾ ਸਮਾਂ ਆਇਆ, ਜੇ ਕੋਈ ਬੰਦਾ ਪਾਪ ਕਰਦਾ ਤੇ ਪੂਰੇ ਦੇਸ਼ ਨੂੰ ਸਜ਼ਾ ਨਹੀਂ ਮਿਲਦੀ ਹੈ। ਜਿਹੜੇ ਬੰਦੇ ਨੇ ਪਾਪ ਕੀਤਾ ਉਹਦੇ ਸ਼ਹਿਰ ਨੂੰ ਸਜ਼ਾ ਦਿੱਤੀ ਜਾਂਦੀ ਜਿੱਥੇ ਉਹ ਰਹਿੰਦਾ ਹੈ। ਜਿਵੇਂ ਰਾਵਣ ਹੋਇਆ, ਰਾਵਣ ਨੇ ਸੀਤਾ ਨੂੰ ਚੁੱਕਿਆ ਤੇ ਪੂਰੀ ਲੰਕਾ ਦੇ ਪੂਰੇ ਸ਼ਹਿਰ ਨੂੰ ਸਾੜ ਦਿੱਤਾ ਗਿਆ। ਅਤੇ ਇਸ ਤਰ੍ਹਾਂ ਦੀ ਸਜ਼ਾ ਉਸ ਵੇਲੇ ਮਿਲੀ ਹੈ। ਕਹਿਣ ਲੱਗੇ ਇਹ ਤ੍ਰੇਤੇ ਯੁੱਗ ਦੀ ਮਰਿਆਦਾ ਸੀ ਕਿ ਜੇ ਕੋਈ ਬੰਦਾ ਪਾਪ ਕਰੇ ਤੇ ਸਜ਼ਾ ਪੂਰੇ ਸ਼ਹਿਰ ਨੂੰ ਦਿੱਤੀ ਜਾਵੇ। ਅਤੇ ਫਲ ਜਿਹੜਾ ਉਸ ਦਾ ਉਹ ਘਟ ਕੇ ਗੁਰਮੁਖੋ ਅੱਧਾ ਰਹਿ ਗਿਆ, ਵੀ ਅੱਧਾ ਫਲ ਮਿਲੇਗਾ। ਜੇ ਕੋਈ ਬੰਦਾ ਚੰਗਾ ਕੰਮ ਕਰੇਗਾ ਤੇ ਉਹਨੂੰ ਉਸ ਵੇਲੇ 10 ਗੁਣਾ ਫਲ ਮਿਲਦਾ ਸੀ। ਚੰਗੇ ਕੰਮ ਦਾ 10 ਵਾਰੀ ਫਲ ਮਿਲਣਾ ਤੇ ਮਾੜੇ ਕੰਮ ਦਾ 10 ਵਾਰੀ ਦੁੱਖ ਮਿਲਣਾ। ਅੱਗੇ ਦੁਆਪਰ ਯੁੱਗ ਆਇਆ। ਦੁਆਪਰ ਯੁੱਗ ਦੇ ਵਿੱਚ ਸੋ ਜਿਹੜਾ ਹੈ ਉਹ ਗੁਰਮੁਖੋ ਜੇ ਕੋਈ ਬੰਦਾ ਪਾਪ ਕਰੇ ਉਹਦੀ ਪੂਰੀ ਕੁੱਲ ਨੂੰ ਸਜ਼ਾ ਮਿਲਦੀ ਸੀ, ਸ਼ਹਿਰ ਨੂੰ ਨਹੀਂ। ਜਿਹੜੇ ਬੰਦੇ ਨੇ ਪਾਪ ਕੀਤਾ ਉਹਦੇ ਖਾਨਦਾਨ ਨੂੰ ਸਜ਼ਾ ਮਿਲਣੀ। ਜਿਵੇਂ ਗੁਰਬਾਣੀ ਦਾ ਬਚਨ ਪੜ੍ਹਦੇ ਹੋ, ਦੁਰਵਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਇੱਕ ਰਿਸ਼ੀ ਨੂੰ ਜਾ ਕੇ ਬੱਚਿਆਂ ਨੇ ਮਖੌਲ ਕਰਕੇ ਆਖਿਆ ਸੀ ਨਾ ਕਿ ਦੁਰਵਾਸਾ ਜੀ ਇਹ ਦੱਸੋ ਵੀ ਆਹ ਜਿਹੜਾ ਬੱਚਾ ਇਹਦੇ ਵਿੱਚੋਂ ਪੈਦਾ ਕੀ ਹੋਵੇਗਾ। ਤੇ ਉਹਨਾਂ ਨੇ ਸ਼ਰਾਪ ਦਿੱਤਾ ਸੀ ਵੀ ਇਹਦੇ ਵਿੱਚੋਂ ਪੈਦਾ ਉਹ ਹੋਵੇ ਜਿਹੜਾ ਤੁਹਾਡੀ ਕੁੱਲ ਨੂੰ ਨਾਸ ਕਰੇਗਾ। ਕਹਿਣ ਤੋਂ ਭਾਵ ਕਿ ਜੇ ਬੰਦਾ ਪਾਪ ਇੱਕ ਕਰਦਾ ਸੀ ਉਹਦਾ ਫਲ ਉਹਦੀ ਪੂਰੀ ਕੁੱਲ ਨੂੰ ਮਿਲਦਾ। ਤੇ ਫਿਰ ਇਹੋ ਜਿਹੇ ਉਹ ਬੱਚੇ ਜਾਂ ਉਹਨਾਂ ਦੇ ਮਾਂ-ਬਾਪ ਕੀ ਆਪਸ ਵਿੱਚ ਲੜੇ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਸ ਵੇਲੇ 56 ਕਰੋੜ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, 10 ਨਹੀਂ,
56 ਕਰੋੜ ਯਾਦਵ ਜਿਹੜੇ ਸਨ ਉਹ ਸ਼ਰਾਬ ਪੀ ਕੇ ਆਪਸ ਵਿੱਚ ਲੜ ਪਏ, ਆਪਸ ਵਿੱਚ ਹੀ ਸਾਰੇ ਮਰ ਕੇ ਤੇ ਖਤਮ ਹੋ ਗਏ, ਰਹਿ ਹੀ ਕੋਈ ਨਾ ਗਿਆ। ਐਸੀ ਹਾਲਤ ਬਣੀ ਹੈ। ਭਾਵ ਇਹ ਹੈ ਵੀ ਜੇ ਇੱਕ ਬੰਦਾ ਪਾਪ ਕਰੇਗਾ ਤੇ ਉਹਦਾ ਫਲ ਸਾਰੇ ਪਰਿਵਾਰ ਨੂੰ ਮਿਲੇਗਾ ਅਤੇ 4 ਵਾਰੀ ਮਿਲੇਗਾ। ਚੰਗਾ ਕੰਮ ਕੀਤਾ ਤੇ 4 ਵਾਰੀ ਸੁਖ ਮਿਲੇਗਾ, ਮਾੜਾ ਕੰਮ ਕੀਤਾ ਤੇ 4 ਵਾਰੀ ਦੁੱਖ ਮਿਲੇਗਾ। ਅੱਗੇ ਆ ਗਿਆ ਕਲਯੁਗ। ਕਲਯੁਗ ਦੇ ਵਿੱਚ ਨਾ ਤੇ ਦੇਸ਼ ਨੂੰ ਸਜ਼ਾ ਮਿਲਣੀ ਹੈ, ਨਾ ਸ਼ਹਿਰ ਨੂੰ ਸਜ਼ਾ ਮਿਲਣੀ ਹੈ, ਨਾ ਪਰਿਵਾਰ ਨੂੰ ਸਜ਼ਾ ਮਿਲਣੀ ਹੈ। ਕਲਯੁਗ ਨੇ ਆਖਿਆ ਮੈਂ ਤੇ ਸਜ਼ਾ ਉਹਨੂੰ ਦੇਵਾਂਗਾ ਜਿਹੜਾ ਬੰਦਾ ਪਾਪ ਕਰੇਗਾ, ਉਸੇ ਨੂੰ ਹੀ ਮਿਲੇਗੀ, ਦੂਜੇ ਨੂੰ ਕੁਝ ਨਹੀਂ ਹੋਵੇਗਾ। ਅਤੇ ਮੇਰੇ ਰਾਜ ਦੇ ਵਿੱਚ ਮੈਂ 4 ਗੁਣਾ ਫਲ ਨਹੀਂ ਦੇਵਾਂਗਾ। ਜਿਹੜਾ ਚੰਗਾ ਕੰਮ ਕਰੇਗਾ ਉਹਨੂੰ ਫਲ ਵੀ 1 ਵਾਰੀ ਮਿਲੇਗਾ, ਜਿਹੜਾ ਮਾੜਾ ਕੰਮ ਕਰੇਗਾ ਉਹਨੂੰ ਦੁੱਖ ਵੀ 1 ਵਾਰੀ ਮਿਲੇਗਾ। ਵਧਾ ਕੇ ਨਹੀਂ ਮੈਂ ਦੇਵਾਂਗਾ, ਨਾ ਮੈਂ ਦੁੱਖ ਦੇਵਾਂ ਵਧਾ ਕੇ, ਨਾ ਮੈਂ ਸੁਖ ਦੇਵਾਂ। ਤਾਂ ਹੀ ਮਹਾਰਾਜ ਨੇ ਆਖਿਆ ਧੰਨ ਧੰਨ ਕਲਯੁਗ ਨਾਨਕਾ। ਇਹ ਕਲਯੁਗ ਧੰਨ ਹੈ ਭਾਈ ਜਿਹਨੇ ਬੜਾ ਇਨਸਾਫ ਕੀਤਾ ਹੈ। ਮਾੜਾ ਕੰਮ ਕਰਦੇ ਹੋ ਤੇ 1 ਵਾਰੀ ਫਲ, ਚੰਗਾ ਕੰਮ ਕਰਦੇ ਤਾਂ ਵੀ 1 ਵਾਰੀ ਫਲ। ਇਹ ਇਸ ਤਰ੍ਹਾਂ ਇਹ ਕਲਯੁਗ ਦਾ ਨਿਯਮ ਹੈ। ਪਾਤਸ਼ਾਹ ਕਹਿੰਦੇ ਚਾਰੇ ਦੀਵੇ ਚੌਹਾਂ ਹੱਥ ਦੀਏ। ਇਹ 4 ਹੱਥ ਨੇ 4 ਅਵਤਾਰਾਂ ਦੇ। ਹੰਸਾ ਅਵਤਾਰ ਦਾ ਇੱਕ ਹੱਥ ਭਗਵਾਨ ਰਾਮਚੰਦਰ ਜੀ ਦਾ, ਇੱਕ ਹੱਥ ਭਗਵਾਨ ਕ੍ਰਿਸ਼ਨ ਜੀ ਤੇ ਇੱਕ ਹੱਥ ਜਿਹੜਾ ਕਲਕੀ ਅਵਤਾਰ ਅੱਗੇ ਆਵੇਗਾ। ਇਹ 4 ਹੱਥਾਂ ਵਿੱਚ ਪ੍ਰਮਾਤਮਾ ਨੇ 4 ਵੇਦਾਂ ਰੂਪੀ ਦੀਵੇ ਦਿੱਤੇ ਆਪਣੀ ਆਪਣੀ ਮਰਿਆਦਾ ਨੂੰ। ਇਹ ਯੁੱਗ ਤੇ ਵੇਦ ਚਲਾਉਂਦੇ ਪਏ ਹਨ। ਏਕਾ ਵਾਰੀ ਇੱਕੇ ਵਾਰੀ ਜੋ ਦਿੱਤਾ ਕਿਸੇ ਨੂੰ ਇੱਕੇ ਵਾਰੀ ਦੇ ਦਿੱਤਾ। ਗੁਰਬਾਣੀ ਦਾ ਬਚਨ ਪੜ੍ਹਦੇ ਹੋ, ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਜਦੋਂ ਆਪਾਂ ਜਨਮ ਲਿਆ ਨਾ ਪਰਮਾਤਮਾ ਨੇ ਇੱਕੇ ਵਾਰੀ ਸਾਡਾ ਕਰਮ ਲਿਖ ਕੇ ਦਿੱਤਾ। ਵਾਰ-ਵਾਰ ਨਹੀਂ ਉਹ ਲਿਖਦਾ ਹੈ ਵੀ ਅੱਜ ਦੀ ਰੋਟੀ ਤੈਨੂੰ 2 ਮਿਲਣਗੀਆਂ, ਕੱਲ੍ਹ ਦੀਆਂ ਤੈਨੂੰ 4 ਮਿਲਣਗੀਆਂ। ਨਹੀਂ, ਇੱਕੇ ਵਾਰੀ ਲਿਖ ਕੇ ਤੋਰਿਆ ਵੀ ਜਾ ਧਰਤੀ ਦੇ ਉੱਪਰ ਤੇਰਾ ਰੁਜ਼ਗਾਰ ਪੈਦਾ ਹੋ ਗਿਆ। ਅੰਨ ਖਾਣ ਵਾਲੇ ਨੂੰ ਅੰਨ ਮਿਲੇਗਾ, ਮਾਸ ਖਾਣ ਵਾਲੇ ਨੂੰ ਮਾਸ ਮਿਲਦਾ, ਘਾਹ ਖਾਣ ਵਾਲੇ, ਮਿੱਟੀ ਖਾਣ ਵਾਲੇ, ਦੁੱਧ ਪੀਣ ਵਾਲੇ, ਜਿਵੇਂ ਦਾ ਕੋਈ ਖਾਂਦਾ ਹੈ ਉਵੇਂ ਦੀ ਖੁਰਾਕ ਇੱਕੇ ਵਾਰੀ ਕਰਮਾਂ 'ਚ ਲਿਖ ਦਿੱਤੀ ਉਹਨੇ ਤੇ ਸਾਰੇ ਜੀਵ ਉਸ ਨੂੰ ਖਾਂਦੇ ਪਏ। ਪਾਤਸ਼ਾਹ ਕਹਿੰਦੇ ਏਕਾ ਵਾਰੀ, ਇੱਕੇ ਵਾਰੀ ਸਭ ਕੁਝ ਦੇ ਦਿੱਤਾ ਪਰਮਾਤਮਾ ਨੇ। ਐਸੀ ਉਸਨੇ ਦੁਨੀਆ ਬਣਾਈ ਹੈ। ਐਸੀ ਸ਼ਕਤ ਤੁਮਾਰੀ, ਤੁਹਾਡੀ ਸ਼ਕਤੀ ਇਹੋ ਜਿਹੀ ਹੈ ਇੱਕੇ ਵਾਰੀ ਸਾਰਿਆਂ ਨੂੰ ਸਭ ਕੁਝ ਦੇ ਕੇ ਨਿਹਾਲ ਕਰਦੇ ਹੋ। ਮਿਹਰਬਾਨ ਮਧੂਸੂਦਨ ਮਾਧੋ। ਮਿਹਰਬਾਨ ਮੁਸਲਮਾਨ ਕਹਿੰਦੇ ਨੇ ਜਿਹੜਾ ਮਿਹਰਬਾਨਗੀ ਕਰਦਾ, ਕਹਿੰਦੇ ਅਕਾਲ ਪੁਰਖ ਤੂੰ ਮਿਹਰਬਾਨ ਹੈ। ਹਿੰਦੂ ਕਹਿੰਦੇ ਨੇ ਮਧੂਸੂਦਨ, ਮਧੂ ਨਾਮ ਦਾ ਇੱਕ ਦੈਂਤ ਹੋਇਆ, ਉਹਨੂੰ ਜਿਹਨੇ ਕੱਟਿਆ ਹੈ ਮਾਰਿਆ ਹੈ ਉਹਨੂੰ ਮਧੂਸੂਦਨ ਕਿਹਾ ਜਾਂਦਾ ਹੈ। ਆਪ ਜੀ ਨੂੰ ਮੁਸਲਮਾਨ ਮਿਹਰਬਾਨ ਕਹਿੰਦੇ, ਹਿੰਦੂ ਆਪ ਜੀ ਨੂੰ ਮਧੂਸੂਦਨ ਕਹਿੰਦੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਕਿਸੇ ਰੂਪ ਵਿੱਚ ਯਾਦ ਕਰਦਾ, ਕੋਈ ਕਿਸੇ ਰੂਪ ਵਿੱਚ ਯਾਦ ਕਰਦਾ ਹੈ। ਐਸੀ ਸਖਤ ਤੁਮਾਰੀ, ਤੁਹਾਡੇ ਵਿੱਚ ਐਸੀ ਸ਼ਕਤੀ ਹੈ। ਇਸ ਤਰ੍ਹਾਂ ਦੇ ਕੰਮ ਆਪ ਕਰਦੇ ਹੋ। ਸਤਿਯੁਗ, ਤ੍ਰੇਤਾ ਯੁਗ, ਦੁਆਪਰ ਤੇ ਕਲਯੁਗ, ਵੱਖਰੇ ਵੱਖਰੇ ਯੁਗਾਂ ਦੀ ਮਰਿਆਦਾ ਬਣਾ ਕੇ ਵੱਖਰੇ ਵੱਖਰੇ ਕੰਮਾਂ ਨੂੰ ਕਰਾਉਂਦੇ ਹੋ। ਰਾਉ ਕਰ ਕਰ ਲਸਕਰ ਪਾਵਕ ਤੇਰਾ। ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜੇ ਘਰ ਘਰ ਸਰੀਰ ਨੇ ਨਾ, ਇਹਨਾਂ ਦੇ ਵਿੱਚ ਪਾਵਕ ਕਹੀਏ ਅੱਗ ਤੋਂ ਲੈ ਲੈਣੇ 5 ਤੱਤ। ਇਹ ਜਿੰਨੇ ਵੀ ਸਰੀਰ ਨੇ ਇਹਨਾਂ 5 ਤੱਤਾਂ ਰੂਪੀ ਫੌਜ ਤੇਰੀ ਹੈ ਪਰਮਾਤਮਾ। ਸਾਡੇ ਵਿੱਚੋਂ ਇੱਕ ਵੀ ਤੱਤ ਘਟਦਾ ਵੇ ਸਰੀਰ ਉਸੇ ਵੇਲੇ ਨਾਸ ਹੋ ਜਾਣਾ। ਇਹ ਜਿੰਨੇ ਤੁਸੀਂ ਸਰੀਰ ਬਣਾਏ ਇਹ ਸਰੀਰ ਬਣੇ 5 ਤੱਤਾਂ ਦੇ। ਇਹ 5 ਤੱਤਾਂ ਰੂਪੀ ਇਹ ਫੌਜ ਤੇਰੀ ਹੈ, ਤੂੰ ਹੀ ਇਹ ਸਭ ਕੁਝ ਕਰਨ ਵਾਲਾ ਹੈ। ਧਰਮ ਕਰੇ ਸਿਕਦਾਰੀ, ਜਿਹੜਾ ਧਰਮ ਰਾਜਾ ਹੈ ਸਿਕਦਾਰੀ ਕਹੀਏ ਥਾਣੇਦਾਰੀ ਕਰਦਾ ਪਿਆ, ਸਾਰਿਆਂ ਦੇ ਲੇਖੇ ਨੂੰ ਉਸ ਵੇਲੇ ਵੇਖਦਾ ਪਿਆ ਹੈ। ਲਿਖ ਲਿਖ ਧਰਮ ਵਿਚਾਰੇ, ਮਹਾਰਾਜ ਦੀ ਬਾਣੀ ਦਾ ਬਚਨ। ਧਰਮ ਰਾਜਾ ਸਾਰੇ ਦਿਆਂ ਲੇਖੇ ਲਿਖ ਕੇ ਉਹਨਾਂ ਦੀ ਵਿਚਾਰ ਕਰਦਾ, ਫਿਰ ਫਰਮਾਉਂਦੇ ਹਨ ਕਰ ਕਰ ਲਸਕਰ ਪਾਵਕ ਤੇਰਾ। ਜਾਂ ਕਹਿ ਲਈਏ ਜਿੰਨੇ ਵੀ ਸਰੀਰ ਨੇ ਨਾ ਪ੍ਰਮਾਤਮਾ, ਇਹ ਸਰੀਰਾਂ ਰੂਪੀ ਇਹ ਫੌਜਾਂ ਸਾਰੀਆਂ ਤੇਰੀਆਂ ਹੀ ਨੇ। ਸਾਰੇ ਸਰੀਰ ਆਪ ਜੀ ਦੀ ਫੌਜ ਨੇ, ਜੋ ਚਾਹੋ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਪਾਵਕ ਇਹ ਤੇਰੇ ਦਾਸ ਨੇ ਜਿੰਨੇ ਸਰੀਰ ਨੇ ਨਾ ਮਨੁੱਖਾਂ ਦੇ ਬਣੇ ਹੋਏ। ਇਹ ਜਿੰਨੀਆਂ ਵੀ 84 ਲੱਖ ਜੂਨਾਂ ਬਣੀਆਂ ਇਹ ਸਾਰੀਆਂ ਤੇਰੀਆਂ ਸੇਵਕ ਨੇ। ਜਿਵੇਂ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹਨਾਂ ਨੂੰ ਸ਼ਹੀਦ ਕਰਕੇ ਤੇ ਵਜ਼ੀਰ ਖਾਨ ਨੇ ਆਖਿਆ ਸੀ ਇਹਨਾਂ ਦੇ ਸਰੀਰ ਜੰਗਲ ਵਿੱਚ ਸੁੱਟ ਦਿਓ ਲਿਜਾ ਕੇ।
ਤੇ ਉਸ ਵੇਲੇ ਸ਼ੇਰ ਜੰਗਲ ਦੇ ਵਿੱਚੋਂ ਨਿਕਲਿਆ ਤੇ ਸੇਵਾਦਾਰ ਬਣ ਕੇ ਸਾਰੀ ਰਾਤ ਕੋਲ ਬੈਠ ਕੇ ਸੇਵਾ ਕਰਦਾ ਰਿਹਾ। ਭਾਵ ਇਹ ਹੈ ਪਰਮਾਤਮਾ ਜਿੰਨੀਆਂ ਵੀ ਜੂਨਾਂ ਬਣਾਈਆਂ ਇਹ ਸਾਰੀਆਂ ਤੇਰੇ ਹੁਕਮ ਦੇ ਵਿੱਚ ਸੇਵਾਦਾਰ ਹੀ ਨੇ, ਜਿਹਦੇ ਕੋਲੋਂ ਜੋ ਚਾਹਵੇਂ ਤੂੰ ਕਰਾ ਸਕਦਾ ਹੈ। ਐਸੀ ਆਪ ਜੀ ਦੀ ਮਹਿਮਾ ਹੈ। ਧਰਮ ਕਰੇ ਸਿਕਦਾਰੀ, ਜਿਹੜਾ ਧਰਮ ਰਾਜਾ ਥਾਣੇਦਾਰੀ ਕਰਦਾ ਹੈ, ਮਾਲਕ ਹੈ ਸਾਰਿਆਂ ਦੇ ਸਿਰ ਬਸਿਰ, ਕਾਨੂੰਨ ਨੂੰ ਬਿਠਾ ਕੇ ਰੱਖਦਾ ਹੈ, ਸਾਰਿਆਂ ਨੂੰ ਚੰਗੇ ਮੰਦੇ ਕਰਮਾਂ ਦੀ ਸਜ਼ਾ ਦਿੰਦਾ ਹੈ। ਧਰਤੀ ਦੇਗ ਮਿਲਾ ਇੱਕ ਵੇਰਾ, ਇਹ ਜਿਹੜੀ ਧਰਤੀ ਹੈ ਨਾ ਗੁਰਮੁਖੋ, ਇਹ ਧਰਤੀ ਰੂਪੀ ਦੇਗ ਹੈ। ਜਿਵੇਂ ਦੇਗ ਦੇ ਵਿੱਚੋਂ ਸਭ ਕੁਝ ਹੀ ਮਿਲ ਜਾਂਦਾ, ਜਿੰਨਾ ਮਰਜ਼ੀ ਖਾਈ ਚੱਲੀਏ ਦੇਗ ਮੁੱਕਦੀ ਨਹੀਂ ਕਦੇ ਵਾਸਤੇ। ਪਾਤਸ਼ਾਹ ਇਹ ਧਰਤੀ ਦੇਗ ਹੈ, ਸਾਡੀ ਜ਼ਿੰਦਗੀ ਵਿੱਚ ਜੋ ਮਰਜ਼ੀ ਅਸੀਂ ਖਾ ਲਈਏ ਪੀ ਲਈਏ ਇਹ ਕਦੇ ਮੁੱਕੇਗਾ ਨਹੀਂ। ਇਹੋ ਜਿਹਾ ਬਣਾ ਕੇ ਉਹਨੇ ਸਾਡਾ ਪ੍ਰਬੰਧ ਕਰਕੇ ਤੋਰਿਆ। ਇਹ ਵੱਖਰੀ ਗੱਲ ਹੈ ਵੀ ਅਸੀਂ ਦਿਲ ਛੱਡ ਬੈਠਦੇ ਹਾਂ ਵੀ ਹਾਏ ਕੀ ਕਰਾਂਗੇ, ਕੱਲ ਨੂੰ ਮਰ ਜਾਵਾਂਗੇ, ਰੋਟੀ ਨਹੀਂ ਮਿਲੇਗੀ। ਪਾਤਸ਼ਾਹ ਕਹਿੰਦੇ ਨਹੀਂ, ਪਰਮਾਤਮਾ ਨੇ ਧਰਤੀ ਦੇਗ ਬਣਾਈ ਹੈ, ਲੰਗਰ ਹੀ ਬਣਾਇਆ ਹੈ ਧਰਤੀ, ਸਾਰੀਆਂ ਫਸਲਾਂ ਇਹਦੇ ਚੋਂ ਹੀ ਪੈਦਾ ਕੀਤੀਆਂ, ਹਰੇਕ ਤਰ੍ਹਾਂ ਦਾ ਅੰਨ ਅਨਾਜ ਇੱਥੋਂ ਛਕਣ ਵਾਸਤੇ ਮਿਲਦਾ ਹੈ। ਐਸੀ ਆਪ ਕਿਰਪਾ ਕਰਦੇ ਹੋ। ਭਾਗ ਤੇਰਾ ਭੰਡਾਰੀ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਭਾਗ ਹੁੰਦਾ ਨਾ ਬੰਦੇ ਦਾ ਕਰਮ, ਇਹ ਕਰਮ ਹੀ ਭੰਡਾਰੀ ਹੈ। ਜਿਵੇਂ ਜਿਵੇਂ ਦਾ ਕਿਸੇ ਦਾ ਕਰਮ ਲਿਖਿਆ ਹੈ, ਭੰਡਾਰੀ ਕਹੀਏ ਗੁਰਮੁਖੋ ਲਾਂਗਰੀ, ਜਿਵੇਂ ਲਾਂਗਰੀ ਲੰਗਰ ਬਣਾਉਂਦਾ ਹੈ ਨਾ ਤੇ ਸਾਰਿਆਂ ਵਾਸਤੇ ਹੀ ਬਣਾ ਦਿੰਦਾ ਹੈ, ਤੇ ਜਿਹਨੂੰ ਭੁੱਖ ਲੱਗੀ ਹੈ ਉਹੀ ਆ ਕੇ ਛਕ ਲਵੇ। ਪਾਤਸ਼ਾਹ ਇਹ ਜਿਹੜੇ ਬੰਦੇ ਦੇ ਭਾਗ ਨੇ ਨਾ, ਇਹ ਭਾਗ ਹੀ ਲਾਂਗਰੀ ਹਨ। ਜਿਵੇਂ ਦਾ ਕਿਸੇ ਦਾ ਭਾਗ ਹੁੰਦਾ ਹੈ ਉਵੇਂ ਦਾ ਉਹ ਪ੍ਰਸ਼ਾਦਾ ਪਾਣੀ ਛਕਦਾ ਹੈ, ਉਵੇਂ ਦੇ ਸੁੱਖ ਤੇ ਦੁੱਖ ਪ੍ਰਾਪਤ ਹੁੰਦੇ। ਭਾਗਾਂ ਦੀ ਨਿਸ਼ਾਨੀ, ਕਰਮਾਂ ਦੀ ਨਿਸ਼ਾਨੀ ਹੈ। ਮਹਾਰਾਜ ਫਿਰ ਫਰਮਾਉਂਦੇ ਹਨ, ਧਰਤੀ ਦੇਗ ਮਿਲਾ ਇੱਕ ਵੇਰਾ, ਇਹ ਧਰਤੀ ਉੱਪਰ ਜਿੰਨੇ ਵੀ ਜੀਵ ਹਨ ਇਹ ਸਾਰਿਆਂ ਨੂੰ ਇੱਕੇ ਵਾਰੀ ਸਭ ਕੁਝ ਹੀ ਮਿਲਦਾ ਹੈ, ਕਿਉਂਕਿ ਇੱਕ ਈਸ਼ਵਰ ਦੀ ਇੱਛਾ ਹੈ ਜਿਹਨੂੰ ਪੈਦਾ ਕੀਤਾ ਹੈ ਉਹਨੂੰ ਖਾਣ ਵਾਸਤੇ ਦੇਣਾ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਸਾਰਿਆਂ ਦੇ ਸਿਰ ਬਸਿਰ ਉਹ ਭੋਜਨ ਦਾ ਪ੍ਰਬੰਧ ਕਰਕੇ ਰੱਖਦਾ ਹੈ। ਭਾਗ ਤੇਰਾ ਭੰਡਾਰੀ, ਸਤਿਗੁਰੂ ਪਾਤਸ਼ਾਹ ਇਹਨਾਂ ਜੀਵਾਂ ਦਾ ਜਿਹੜਾ ਭਾਗ ਹੈ ਨਾ ਕਰਮ, ਉਹੀ ਇਹਨਾਂ ਦਾ ਭੰਡਾਰੀ ਹੈ, ਦਾਤਾ ਹੈ। ਜਿਵੇਂ ਜਿਵੇਂ ਦਾ ਕਰਮ ਹੈ, ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ ਹੈ। ਜਿਵੇਂ ਇੱਕ ਦੇਵੀ ਨੇ ਆਖਿਆ ਸੀ ਨਾ ਦੇਵਤੇ ਨੂੰ, ਕਹਿੰਦੇ ਜੀ ਉਹ ਫਲਾਣਾ ਤੁਹਾਡਾ ਭਗਤ ਹੈ ਤੇ ਉਹਨੂੰ ਦਿਓ, ਉਹਦੀ ਗਰੀਬੀ ਦੂਰ ਕਰ ਦਿਓ। ਤੇ ਦੇਵਤੇ ਨੇ ਆਖਿਆ, ਕਹਿਣ ਲੱਗਾ ਵੀ ਇਹਦੇ ਕਰਮਾਂ 'ਚ ਨਹੀਂ, ਕਰਮਾਂ ਬਿਨਾਂ ਨਹੀਂ ਮਿਲਦਾ। ਤੇ ਦੇਵੀ ਨੇ ਆਖਿਆ ਮਿਲਦਾ ਕਿਉਂ ਨਹੀਂ, ਤੁਸੀਂ ਦਿਓਗੇ ਤੇ ਮਿਲ ਹੀ ਜਾਵੇਗਾ ਨਾ। ਕਹਿੰਦੇ ਚੱਲ ਫਿਰ ਤੈਨੂੰ ਵਿਖਾਈਏ। ਉਹ ਤੁਰਿਆ ਆਉਂਦਾ, ਉਹਦੇ ਰਸਤੇ ਵਿੱਚ ਹੀਰੇ ਖਿਲਾਰ ਦਿੱਤੇ। ਕਹਿੰਦੇ ਆਹ ਵੇਖ ਲਾ ਰਾਹ ਵਿੱਚ ਹੀਰੇ ਰੱਖ ਦਿੱਤੇ ਨੇ, ਹੁਣ ਵੇਖੀ ਭਲਾ ਇਹ ਚੁੱਕਦਾ ਹੈ ਕਿ ਨਹੀਂ ਚੁੱਕਦਾ। ਤੇ ਜਦੋਂ ਤੁਰਦਾ ਤੁਰਦਾ ਹੀਰਿਆਂ ਦੇ ਕੋਲ ਆਇਆ ਨਾ, ਉਹਦੇ ਮਨ ਵਿੱਚ ਆਇਆ, ਕਹਿੰਦਾ ਅੰਨੇ ਪਤਾ ਨਹੀਂ ਕਿਵੇਂ ਤੁਰਦੇ, ਅੱਖਾਂ ਬੰਦ ਕਰਕੇ ਤੁਰਨਾ ਚਾਹੀਦਾ, ਵੇਖਾਂ ਤਾਂ ਸਹੀ ਵੀ ਅੰਨੇ ਕਿਵੇਂ ਤੁਰਦੇ। ਜਦੋਂ ਅੱਖਾਂ ਬੰਦ ਕੀਤੀਆਂ ਤੇ ਹੀਰਿਆਂ ਦੇ ਉੱਪਰ ਤੁਰਦਾ ਪਿਆ, ਹੀਰੇ ਪੈਰਾਂ ਨੂੰ ਚੁਭਦੇ ਪਏ। ਜਦੋਂ ਹੀਰੇ ਸਾਰੇ ਗਾਂਹ ਲੰਘ ਗਿਆ ਨਾ, ਫਿਰ ਅੱਖਾਂ ਖੋਲ ਲਈਆਂ। ਕਹਿੰਦਾ ਅੰਨਿਆਂ ਦੀ ਜ਼ਿੰਦਗੀ ਤੇ ਬੜੀ ਔਖੀ ਹੈ, ਮੇਰੇ ਪੈਰਾਂ ਵਿੱਚ ਤੇ ਰੋੜ ਹੀ ਬੜੇ ਵੱਜੇ, ਮੈਂ ਤੇ ਮਸਾਂ ਹੀ ਪਾਰ ਹੋਇਆ। ਤੇ ਉਸ ਵੇਲੇ ਦੇਵਤੇ ਨੇ ਆਖਿਆ, ਕਹਿੰਦਾ ਵੇਖ ਕਰਮਾਂ ਬਿਨਾਂ ਕੁਝ ਨਹੀਂ ਮਿਲਦਾ, ਬੰਦਾ ਅੱਖਾਂ ਹੀ ਬੰਦ ਕਰ ਲੈਂਦਾ ਹੈ, ਕਰਮਾਂ ਤੋਂ ਬਾਹਰੀ ਦਾਤ ਨਹੀਂ ਹੈ। ਸਭ ਨੂੰ ਕਰਮ ਲਿਖ ਕੇ ਆਪ ਨੇ ਦੁਨੀਆ ਤੇ ਭੇਜਿਆ ਹੈ। ਨਾ ਸਾਬੂਰ ਹੋਵੇ ਫਿਰ ਮੇਰੀ ਮੰਗੈ, ਜਿਹੜਾ ਬੰਦਾ ਸਾਬੂਰ ਤੋਂ ਭਾਵ ਹੁੰਦਾ ਗੁਰਮੁਖੋ, ਜਿਹੜਾ ਬੰਦਾ ਸੰਤੋਖੀ ਨਾ ਹੋਵੇ, ਜਿਹੜਾ ਸੰਤੋਖੀ ਨਾ ਹੋਵੇ ਉਹ ਫਿਰ ਵਾਰ-ਵਾਰ ਮੰਗਦਾ, ਆ ਵੀ ਦੇ ਦੇ, ਆ ਵੀ ਦੇ ਦੇ। ਅਸੀਂ ਸੰਤੋਖੀ ਨਹੀਂ ਨਾ, ਸਭ ਤੁਧ ਹੈ ਪਾਸੋਂ ਮੰਗਦੇ ਨਿਤ ਕਰ। ਅਸੀਂ ਇਹ ਭੁੱਲ ਗਏ ਹਾਂ ਵੀ ਉਹਨੇ ਸਾਨੂੰ ਸਭ ਕੁਝ ਦੇ ਕੇ ਤੋਰਿਆ, ਪਰ ਰੋਜ਼ ਦੀ ਰੋਜ਼ ਅਸੀਂ ਮੰਗਦੇ। ਪਾਤਸ਼ਾਹ ਕਹਿੰਦੇ ਨਾ ਸਾਬੂਰ, ਉਹਦਾ ਕਾਰਨ ਇਹ ਹੈ ਵੀ ਸਾਡੇ ਅੰਦਰ ਸੰਤੋਖ ਨਹੀਂ ਹੈ, ਅਸੀਂ ਹੋਰ ਦੀ ਹੋਰ, ਹੋਰ ਦੀ ਹੋਰ, ਫਿਰ ਵਾਰ-ਵਾਰ ਮੰਗਦੇ ਹਾਂ। ਨਾਰਦ ਕਰੇ ਖੁਆਰੀ, ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਕਿਉਂ ਮੰਗਦਾ? ਮਹਾਰਾਜ ਕਹਿੰਦੇ ਨਾਰਦ ਨਾਮ ਮੰਨਦਾ ਹੈ, ਮਨ ਤੈਨੂੰ ਖਰਾਬ ਕਰਦਾ ਪਿਆ, ਤੇਰੇ ਅੰਦਰੋਂ ਮਨ ਸੰਕਲਪ ਕਰਦਾ ਵੀ ਤਗੜਾ ਹੋ ਗਿਆ, ਆ ਵੀ ਮੰਗ ਲਾ, ਆ ਵੀ ਮੰਗ ਲਾ, ਆ ਵੀ ਮੰਗ ਲਾ। ਇਹ ਨਾਰਦ ਕਹੀਏ ਤੇਰਾ ਮਨ ਇੱਕ ਜਗ੍ਹਾ ਤੇ ਟਿਕਦਾ ਨਹੀਂ। ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਪਲੰਗੇ ਨੂੰ ਮੋਢਾ ਦਿੱਤਾ ਨਾ ਕਿਸੇ ਬੀਬੀ ਨੇ ਆ ਕੇ, ਜਦੋਂ ਮਹਾਰਾਜ ਉੱਚ ਦਾ ਪੀਰ ਬਣੇ ਤੇ ਉਹ ਥੱਲੇ ਸਿਰ ਦੇ ਦਿੱਤਾ, ਮੈਂ ਵੀ ਪਲੰਗਾ ਚੁੱਕਾਂ। ਪਾਤਸ਼ਾਹ ਕਹਿੰਦੇ ਬੀਬੀ ਨੂੰ ਕਹੋ ਪਲੰਗੇ ਤੋਂ ਪਾਸੇ ਹੋ ਜਾਵੇ, ਭਾਰਾ ਹੈ, ਐਵੇਂ ਕਿਤੇ ਨੁਕਸਾਨ ਨਾ ਇਹਦਾ ਹੋ ਜਾਵੇ। ਕਹਿੰਦੇ ਇਹਨੂੰ ਪੁੱਛੋ ਵੀ ਚਾਹੀਦਾ ਕੀ ਹੈ। ਉਹਨੇ ਦੱਸਿਆ, ਕਹਿੰਦੀ ਮਹਾਰਾਜ ਮੈਂ ਆਪਣੇ ਪੋਤਰਿਆਂ ਦੀ ਜੰਝ ਚੜ੍ਹਦੀ ਵੇਖਣੀ ਚਾਹੁੰਦੀ ਹਾਂ,
ਮਹਾਰਾਜ ਸੁਣ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਮਾਤਾ ਪੁੱਤਰ ਵੀ ਮੰਗ ਲੈ, ਪੁੱਤਰਾਂ ਦੀ ਔਲਾਦ ਵੀ ਮੰਗ ਲਈ ਹੈ, ਪੁੱਤਰਾਂ ਦਾ ਵਿਆਹ ਵੀ ਮੰਗ ਲਿਆ, ਪੁੱਤਰਾਂ ਦੇ ਅੱਗੇ ਬੂਟਾ ਵੀ ਲੱਗ ਜਾਵੇ ਇਹ ਵੀ ਮੰਗ ਲਿਆ, ਤੇ ਪੁੱਤਰਾਂ ਦੇ ਵੀ ਅੱਗੇ ਪੋਤਰਿਆਂ ਦੇ ਵੀ ਅੱਗੇ ਵਿਆਹ ਹੋ ਜਾਣ ਦੇ ਇਹ ਵੀ ਮੰਗ ਲਿਆ। ਇੱਕੇ ਗੱਲ ਦੇ ਵਿੱਚ ਸਾਰਾ ਕੁਝ ਹੀ ਮੰਗ ਕੇ ਬੈਠ ਗਈ। ਪਾਤਸ਼ਾਹ ਕਹਿੰਦੇ ਚੱਲ ਠੀਕ ਹੈ, ਤੇਰਾ ਬਚਨ ਪੂਰਾ ਹੋਵੇਗਾ। ਤੇ ਉਸ ਵੇਲੇ ਇਸ ਮਾਈ ਨੇ, ਭਾਈ ਸੰਤੋਖ ਸਿੰਘ ਨੇ ਲਿਖਿਆ ਵੀ 7 ਆਪਣੇ ਬੱਚਿਆਂ ਦੀ ਬਰਾਤ ਚੜ੍ਹਦੀ ਵੇਖੀ, 3 ਪੁੱਤਰ ਤੇ 4 ਪੋਤਰੇ ਦੇ ਬਰਾਤ ਚੜ੍ਹੇ। ਭਾਵ ਇਹ ਹੈ, ਇਹ ਮਨ ਨਹੀਂ ਟਿਕਦਾ ਹੈ, ਮਨ ਮੰਗਦਾ ਹੈ ਵੀ ਹੋਰ ਮੰਗ ਲਈਏ, ਹੋਰ ਮੰਗ ਲਈਏ। ਆਪਣੇ ਤੱਕ ਨਹੀਂ ਮੰਗਿਆ, ਪੋਤਰਿਆਂ ਤੱਕ ਮੰਗਿਆ ਵੀ ਦੇ ਹੀ ਦਿਓ ਸਾਰਾ ਕੁਝ। ਇਸ ਤਰ੍ਹਾਂ ਕਹਿੰਦੇ ਜਿਹਦੇ ਮਨ ਵਿੱਚ ਸੰਤੋਖ ਨਹੀਂ ਨਾ ਹੁੰਦਾ, ਉਹ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਬਹੁਤੇ ਤੋਂ ਬਹੁਤਾ ਮੰਗਦਾ ਹੈ। ਲੱਭ ਅੰਧੇਰਾ ਬੰਦੀ ਖਾਨਾ। ਅੱਛਾ, ਇਹ ਜਿਹੜਾ ਲੱਭ ਲੋਭ ਹੈ ਨਾ, ਇਹ ਤੇ ਮਹਾਰਾਜ ਕਹਿਣ ਲੱਗੇ ਵੀ ਹਨੇਰਾ ਬੰਦੀ ਖਾਨਾ, ਜਿਵੇਂ ਜੇਲ੍ਹ ਵਿੱਚ ਸੁੱਟ ਦਈਏ ਨਾ ਕਿਸੇ ਨੂੰ। ਇਹ ਜਿਹੜਾ ਲੋਭ ਹੈ ਗੁਰਮੁਖੋ ਜੇਲ੍ਹ ਹੀ ਹੈ, ਨਾ ਤੇ ਜੇਲ੍ਹ ਵਿੱਚੋਂ ਬਾਹਰ ਨਿਕਲਿਆ ਜਾਂਦਾ ਨਾ ਲੋਭ ਦੇ ਵਿੱਚੋਂ ਬਾਹਰ ਨਿਕਲਿਆ ਜਾਂਦਾ। ਜਿੰਨਾ ਮਰਜ਼ੀ ਧਨ ਆ ਜਾਵੇ, ਮਾਇਆ, ਘਰ ਬਾਰ ਜੋ ਮਰਜ਼ੀ ਮਿਲੇ, ਉਹਨੂੰ ਛੱਡਿਆ ਨਹੀਂ ਜਾਂਦਾ। ਜਿਵੇਂ ਜੇਲ੍ਹ ਵਿੱਚੋਂ ਨਹੀਂ ਨਿਕਲਿਆ ਜਾਂਦਾ, ਐਵੇਂ ਲੋਭ ਦੇ ਵਿੱਚੋਂ ਵੀ ਨਹੀਂ ਨਿਕਲਿਆ ਜਾਂਦਾ ਹੈ। ਔਗਣ ਪੈ ਲੋਹਾਰੀ। ਇਹ ਜਿਹੜੇ ਬੰਦਾ ਔਗਣ ਕਰਦਾ ਹੈ ਨਾ, ਇਹ ਔਗਣਾਂ ਦੀ ਬੇੜੀ ਪਈ ਹੈ। ਜਿਵੇਂ ਕਿਸੇ ਕੈਦੀ ਨੂੰ ਪੈਰਾਂ ਵਿੱਚ ਬੇੜੀ ਪਾ ਦਈਏ ਨਾ, ਹੱਥਾਂ ਵਿੱਚ ਹੱਥ ਕੜੀਆਂ ਮਾਰੀਏ ਤੇ ਤੁਰ ਨਹੀਂ ਸਕਦਾ। ਕਹਿੰਦੇ ਔਗਣਾਂ ਦੀ ਮਹਾਰਾਜ ਨੇ ਬੇੜੀ ਤੇਰੇ ਪੈਰਾਂ ਵਿੱਚ ਪਾਈ ਹੈ। ਜਦੋਂ ਇੱਕ ਕਦਮ ਤੁਰਦਾ ਹੈ, ਕਦੇ ਕੋਈ ਪਾਪ ਕਰਦਾ, ਕਦੇ ਕੋਈ ਔਗਣ ਕਰਦਾ, ਫਿਰ ਔਗਣ ਕਰਦਾ ਹੈ, ਤੁਰ ਨਹੀਂ ਸਕਦਾ। ਜਿਵੇਂ ਤੁਰਨ ਵਾਲਾ ਇੱਕੇ ਜਗ੍ਹਾ ਤੇ ਖੜੋਤਾ ਰਹਿੰਦਾ ਹੈ, ਐਸੇ ਤਰ੍ਹਾਂ ਬੰਦਾ ਇਹ ਵਾਰ-ਵਾਰ ਜਨਮ ਲੈ ਕੇ ਐਸੇ ਧਰਤੀ ਤੇ ਆ ਕੇ ਖੜੋਤਾ ਰਹਿੰਦਾ, ਕਦੇ ਕਿਸੇ ਜਨਮ ਦੇ ਵਿੱਚ, ਕਦੇ ਕਿਸੇ ਜਨਮ ਦੇ ਵਿੱਚ। ਸੋ ਇਹ ਔਗਣਾ ਰੂਪੀ ਬੇੜੀ ਪਈ ਹੋਈ ਹੈ। ਤੇਤੇ ਗਲੀ ਜੰਜੀਰ, ਗੁਰਬਾਣੀ ਦਾ ਬਚਨ, ਨਾਨਕ ਅਵਗੁਣ ਜਿਤੜੇ ਤੇਤੇ ਗਲੀ ਜੰਜੀਰ। ਜਿੰਨੇ ਵੀ ਔਗਣ ਨੇ ਤੇਰੇ ਗਲ ਵਿੱਚ ਸੰਗਲ ਹੀ ਪਏ ਹੋਏ, ਜਿਹੜੇ ਵਾਰ-ਵਾਰ ਤੈਨੂੰ ਬੰਨ੍ਹ ਕੇ ਇੱਥੇ ਲਿਆਉਂਦੇ ਹਨ। ਪੂੰਜੀ ਮਾਰ ਪਵੇ ਨਿਤ ਮੁਦਗਰ। ਇਹ ਪੂੰਜੀ ਕਹੀਏ ਜਿਹੜੇ ਕਰਮ ਨੇ ਨਾ, ਇਹ ਕਰਮਾਂ ਦੀ ਮਾਰ ਪੈਂਦੀ ਹੈ। ਮੁਦਗਰ ਕਹੀਏ ਮੋਗਲੀਆਂ, ਮੋਗਲੀਆਂ ਦੇ ਨਾਲ ਫਿਰ ਮਾਰ ਪੈਂਦੀ ਹੈ। ਐਸ ਲੋਕ ਦੇ ਵਿੱਚ ਵੀ ਹੁਰੇ ਵੱਜਦੇ, ਫਿਰ ਮੁੱਕੀਆਂ ਪੈਂਦੀਆਂ, ਪਰਲੋਕ ਦੇ ਵਿੱਚ ਵੀ ਫਿਰ ਜਮਾਂ ਤੋਂ ਮਾਰ ਪੈਂਦੀ ਹੈ। ਇਹ ਕਰਮਾਂ ਦੀ ਪੂੰਜੀ ਹੈ। ਜਿਵੇਂ ਦੇ ਕਰਮ ਕਰੇਗਾ, ਫਿਰ ਕਹਿੰਦੇ ਮੁਦਗਰ। ਮੁਦਗਰ ਤੋਂ ਭਾਵ ਹੁੰਦਾ ਭਾਰੀ ਵੱਡਾ ਸੋਟਾ। ਜਿਵੇਂ ਨਿਹੰਗ ਸਿੰਘ ਘੋਟਾ ਲਾਉਂਦੇ ਤੇ ਵੱਡਾ ਡੰਡਾ ਫੜ ਲੈਂਦੇ ਨੇ, ਇਸ ਤਰ੍ਹਾਂ ਦੇ ਫਿਰ ਕਹਿੰਦੇ ਵੱਡੇ ਵੱਡੇ ਡੰਡਿਆਂ ਨਾਲ ਹੀ ਮਾਰ ਪੈਂਦੀ ਹੈ ਕੀਤੇ ਕਰਮਾਂ ਦੀ। ਮਹਾਰਾਜ ਫਿਰ ਫਰਮਾਉਂਦੇ ਹਨ, ਪੂੰਜੀ ਮਾਰ ਪਵੈ ਨਿਤ ਮੁਦਗਰ। ਗੁਰਮੁਖੋ ਪੂੰਜੀ ਪਾਪਾਂ ਦੀ, ਜਿਵੇਂ ਜਿਵੇਂ ਪਾਪਾਂ ਨੂੰ ਇਕੱਠਾ ਕਰੇਗਾ, ਉਵੇਂ ਉਵੇਂ ਬਹੁਤੀ ਮਾਰ ਪਵੇਗੀ। ਪਾਪੀ ਪਾਪ ਕਮਾਉਂਦੇ ਕਰਦੇ, ਜਿਵੇਂ ਜਿਵੇਂ ਦੇ ਪਾਪ ਕਰ ਕਰਕੇ ਇਕੱਠੇ ਕਰੇਗਾ, ਉਵੇਂ ਦੀ ਮਾਰ ਫਿਰ ਬਹੁਤੀ ਧਰਮ ਰਾਜੇ ਦੇ ਕੋਲੋਂ ਪੈਂਦੀ ਹੈ। ਪਾਪ ਕਰੇ ਕੋਟਵਾਰੀ। ਜਿਵੇਂ ਜਿਵੇਂ ਦੇ ਪਾਪ ਕਰੇਗਾ, ਉਵੇਂ ਉਵੇਂ ਕੋਤਵਾਲ। ਕੋਤਵਾਲ ਕਿਹਨੂੰ ਕਹਿੰਦੇ? ਥਾਣੇਦਾਰ ਨੂੰ। ਜਿਵੇਂ ਜਿਵੇਂ ਪਾਪ ਕਰੇਗਾ, ਜਿਹੜਾ ਥਾਣੇਦਾਰ ਧਰਮ ਰਾਜਾ ਨਾ, ਉਵੇਂ ਉਵੇਂ ਤੇਰੇ ਤੇ ਸਖਤਾਈ ਕਰੇਗਾ, ਉਹੋ ਜਿਹੀਆਂ ਸਜ਼ਾ ਦੇਵੇਗਾ। ਇਤਿਹਾਸਕਾਰਾਂ ਨੇ ਲਿਖਿਆ ਹੈ, ਵੱਖਰੇ ਵੱਖਰੇ ਨਰਕ ਨੇ, ਉਹਨਾਂ ਨਰਕਾਂ ਦੇ ਵਿੱਚ ਸੁੱਟਿਆ ਜਾਂਦਾ ਜੀਵਾਂ ਨੂੰ। ਜਿਵੇਂ ਕੁੰਭੀ ਨਰਕ ਹੈ, ਸਵਾਨਮੁਖ ਨਾਮੇ ਨਰਕ ਹੈ, ਰੁਰੂ ਨਾਮ ਦਾ ਨਰਕ ਹੈ। ਐਸੇ ਤਰ੍ਹਾਂ ਇਹ ਨਰਕਾਂ ਦੇ ਵੱਖਰੇ ਵੱਖਰੇ ਨਾਮ ਨੇ। ਉਹਨਾਂ ਨਰਕਾਂ ਵਿੱਚ ਸਜ਼ਾ ਦੇਣ ਵਾਸਤੇ ਪਾਪੀ ਤੋਂ ਪਾਪੀ ਜੀਵ ਨੂੰ ਸੱਟਿਆ ਜਾਂਦਾ ਹੈ। ਭਾਵੇਂ ਚੰਗਾ ਭਾਵੇਂ ਮੰਦਾ। ਮਹਾਰਾਜ ਭਾਵੇਂ ਬੰਦਾ ਚੰਗਾ ਹੋਵੇ, ਭਾਵੇਂ ਬੰਦਾ ਮਾੜਾ ਹੁੰਦਾ ਹੈ। ਜੈਸੀ ਨਜ਼ਰ ਤੁਮਾਰੀ। ਇਹ ਜਿਵੇਂ ਦੀ ਤੁਹਾਡੀ ਨਜ਼ਰ ਹੋਵੇ ਨਾ, ਅਕਾਲ ਪੁਰਖ ਦੇ ਅੱਗੇ ਹੱਥ ਜੋੜੇ ਮਹਾਰਾਜ ਨੇ, ਕਹਿੰਦੇ ਆ ਪਰਮੇਸ਼ਰ, ਇਹ ਤੇ ਤੁਹਾਡੀ ਮਿਹਰਬਾਨੀ ਹੈ। ਕਿਸੇ ਨੂੰ ਚੰਗਾ ਬਣਾਈ ਜਾਂਦੇ, ਕਿਸੇ ਨੂੰ ਮਾੜਾ, ਕਿਸੇ ਕੋਲੋਂ ਚੰਗੇ ਕਰਮ ਕਰਾਉਂਦੇ, ਕਿਸੇ ਕੋਲੋਂ ਪਾਪ ਕਰਾਉਂਦੇ ਹੋ। ਆਦਿ ਪੁਰਖ ਕੋ ਲੋਹ ਕਈਐ। ਉਹ ਜਿਹੜਾ ਆਦਿ ਪੁਰਖ ਪਰਮੇਸ਼ਰ ਹੈ ਨਾ, ਉਹਨੂੰ ਅੱਲਾ ਕਿਹਾ ਜਾਂਦਾ ਹੈ। ਸਾਰੇ ਅੱਲਾ ਅੱਲਾ ਕਰਕੇ ਉਸ ਨੂੰ ਯਾਦ ਕਰਦੇ ਹਨ। ਸੇਖਾਂ ਆਈ ਵਾਰੀ। ਇਹ ਹੁਣ ਸੇਖਾਂ ਦੀ ਵਾਰੀ ਆ ਗਈ ਹੈ। ਮੁਸਲਮਾਨਾਂ ਦੇ ਵਿੱਚ ਸ਼ੇਖ ਜਿਹੜੇ ਨੇ ਬੜੇ ਸਤਿਕਾਰਯੋਗ ਮੰਨੇ ਨੇ। ਮੁਸਲਮਾਨਾਂ ਦਾ ਰਾਜ ਹੈ। ਪਾਤਸ਼ਾਹ ਕਹਿਣ ਲੱਗੇ, ਗੁਰੂ ਨਾਨਕ ਦੇਵ ਕਹਿੰਦੇ ਅਕਾਲ ਪੁਰਖ, ਹੁਣ ਅੱਲਾਹ ਅੱਲਾਹ ਦਾ ਨਾਮ ਹੁੰਦਾ ਹੈ।
ਹਜ ਅਲ ਸਲਾਹ, ਹਜ ਅਲ ਫਲਾਹ। ਇਸ ਤਰ੍ਹਾਂ 4 ਵਾਰੀ ਇਹ ਮੁਸਲਮਾਨ ਜਾਪ ਕਰਦੇ, ਅੱਲਾਹੂ ਅਕਬਰ, ਅੱਲਾਹੂ ਅਕਬਰ। ਇਹਦਾ ਜਾਪ 6 ਵਾਰੀ ਕਰਦੇ ਵੀ ਰੱਬ ਬੜਾ ਵੱਡਾ ਹੈ, ਰੱਬ ਸਾਰਿਆਂ ਨੂੰ ਦੇਣ ਵਾਲਾ ਹੈ, ਰੱਬ ਸਾਰਿਆਂ ਨੂੰ ਬਖਸ਼ਣ ਵਾਲਾ ਹੈ। ਇਸ ਤਰ੍ਹਾਂ ਉਹ ਨਮਾਜ਼ ਦੇ ਵਿੱਚ ਪੜ੍ਹਦੇ। ਪਾਤਸ਼ਾਹ ਕਹਿਣ ਲੱਗੇ, ਭਾਈ ਹੁਣ ਇਹਨਾਂ ਮੁਗਲਾਂ ਦੀ ਵਾਰੀ ਆ ਗਈ ਹੈ, ਇਹ ਪਰਮਾਤਮਾ ਤੇਰੇ ਨਾਮ ਨੂੰ ਇਸ ਤਰ੍ਹਾਂ ਕਹਿੰਦੇ ਪਏ ਹਨ, ਦੇਵਲ ਦੇਵਤਿਆਂ ਕਰ ਲਾਗਾ। ਜਿਹੜੇ ਦੇਵਤੇ ਨੇ ਜਾਂ ਦੇਵਤਿਆਂ ਦੇ ਮੰਦਰ ਨੇ ਉਹਨਾਂ ਨੂੰ ਟੈਕਸ ਲਾ ਦਿੱਤਾ ਸੀਗਾ ਮੁਗਲ ਸਰਕਾਰ ਨੇ। ਜਦੋਂ ਮੁਸਲਮਾਨਾਂ ਦਾ ਰਾਜ ਹੋਇਆ ਨਾ, ਕਹਿੰਦੇ ਵੀ ਜਿਹਨੇ ਯਾਤਰਾ ਕਰਨ ਜਾਣਾ ਨਾ ਹਿੰਦੂ ਕਿਸੇ ਨੇ, ਉਹ ਪਹਿਲਾਂ ਟੈਕਸ ਜਮ੍ਹਾਂ ਕਰਾਵੇ ਤੇ ਫਿਰ ਹੀ ਉਹ ਜਾ ਸਕਦਾ ਹੈ। ਇਸੇ ਤਰ੍ਹਾਂ ਮੰਦਰਾਂ ਦੇ ਉੱਪਰ ਵੀ ਟੈਕਸ ਲਾ ਦਿੱਤਾ ਗਿਆ। ਜਿਵੇਂ ਅੱਜ ਦੀਆਂ ਸਰਕਾਰਾਂ ਗੁਰਦੁਆਰਿਆਂ ਤੇ ਲੰਗਰਾਂ ਤੇ ਟੈਕਸ ਲੱਗਦਾ ਪਿਆ ਨਾ, ਇਸ ਤਰ੍ਹਾਂ ਉਹਨਾਂ ਸਮਿਆਂ ਵਿੱਚ ਮੁਗਲ ਸਰਕਾਰ ਨੇ ਮੰਦਰਾਂ ਦੇ ਉੱਪਰ ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ। ਇਹ ਗੁਰਬਾਣੀ ਦਾ ਸ਼ਬਦ ਵੀ ਤੇ ਪੜ੍ਹਦੇ ਹਨ। ਜਿਵੇਂ ਕੋਈ ਬ੍ਰਾਹਮਣ ਗਾਂ ਲੈ ਕੇ ਤੁਰਿਆ ਜਾਂਦਾ ਹੈ, ਉਹ ਪੁਲ ਤੋਂ ਲੰਘਣ ਲੱਗਾ ਤੇ ਉਹ ਜਿਹੜਾ ਪੁਲ ਤੇ ਬੈਠਾ ਸੀ ਨਾ ਚੁੰਗੀ ਕੱਟਣ ਵਾਲਾ, ਉਹ ਭੱਜ ਕੇ ਅੱਗੋਂ ਹੋਇਆ, ਕਹਿੰਦਾ ਲਿਆ ਟੈਕਸ ਦੇ, ਤੂੰ ਗਾਂ ਨੂੰ ਪਾਰ ਲੰਘਾਉਣਾ ਹੈ। ਗਾਂ ਦਾ ਟੈਕਸ ਲੈ ਲਿਆ, ਬੰਦੇ ਦਾ ਵੀ ਲੈ ਲਿਆ। ਉੱਥੇ ਗਾਂ ਨੇ ਗੋਹਾ ਕਰ ਦਿੱਤਾ, ਉਹ ਭੱਜ ਕੇ ਗੋਹੇ ਨੂੰ ਚੁੱਕ ਕੇ ਘਰੇ ਲੈ ਗਿਆ ਚੁੱਲ੍ਹਾ ਲਿੰਬਣ ਵਾਸਤੇ। ਮਹਾਰਾਜ ਕਹਿੰਦੇ ਵੇਖੋ ਬੰਦਾ ਕਿਹੋ ਜਿਹਾ, ਗਾਂ ਲੰਘਦੀ ਪਈ ਹੈ ਤੇ ਟੈਕਸ ਲੈਂਦਾ ਪਿਆ ਤੇ ਗਾਂ ਦੇ ਗੋਹੇ ਦਾ ਪੋਚਾ ਦਿੰਦਾ ਪਿਆ ਹੈ। ਇਹ ਸ਼ਬਦ ਮਹਾਰਾਜ ਨੇ ਬਖਸ਼ਿਆ। ਪਾਤਸ਼ਾਹ ਕਹਿੰਦੇ ਦੇਵਲ ਦੇਵਤਿਆਂ ਕਰ ਲਾਗਾ, ਦੇਵਤਿਆਂ ਦੇ ਮੰਦਰਾਂ ਨੂੰ ਅਤੇ ਇਸੇ ਤਰ੍ਹਾਂ ਧਾਰਮਿਕ ਸਥਾਨਾਂ ਦੀ ਯਾਤਰਾ ਵਾਸਤੇ ਟੈਕਸ ਲਾ ਦਿੱਤਾ ਗਿਆ ਮੁਗਲ ਸਰਕਾਰ ਦੇ ਵੱਲੋਂ। ਜਿਸ ਵੇਲੇ ਬਾਦਸ਼ਾਹ ਅਕਬਰ ਆਇਆ ਸੀ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ, ਉਹਨੇ ਆਖਿਆ ਸੀ ਮਹਾਰਾਜ ਮੈਂ ਸੇਵਾ ਕਰਨੀ ਚਾਹੁੰਦਾ, ਤੁਹਾਡੇ ਹੁਕਮ ਦੇ ਨਾਲ ਮੈਂ ਚਤੌੜਗੜ੍ਹ ਦਾ ਕਿਲਾ ਜਿੱਤਿਆ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਜੀ ਸੇਵਾ ਕਰਨੀ ਹੈ, ਇਹ ਜਿਹੜਾ ਟੈਕਸ ਲਾ ਕੇ ਬੈਠਾ ਨਾ ਮੰਦਰਾਂ ਦੇ ਉੱਪਰ, ਇਹਨੂੰ ਬੰਦ ਕਰ ਦੇ। ਤੇ ਉਸ ਵੇਲੇ ਉਸਨੇ ਕਿਹਾ ਸੀ ਮਹਾਰਾਜ ਠੀਕ ਹੈ। ਫਿਰ ਗੁਰੂ ਅਮਰਦਾਸ ਪਾਤਸ਼ਾਹ ਆਪ ਖੁਦ ਯਾਤਰਾ ਤੇ ਗਏ ਸਨ, ਬੜੀਆਂ ਸੰਗਤਾਂ ਨਾਲ ਗਈਆਂ ਸਨ ਵੀ ਚਲੋ ਗੁਰੂ ਜੀ ਦੇ ਨਾਲ ਚੱਲੀਏ, ਇਹਨਾਂ ਦੇ ਹੁੰਦਿਆਂ ਟੈਕਸ ਨਹੀਂ ਲੱਗਦਾ ਹੈ। ਇਸ ਤਰ੍ਹਾਂ ਉਹਨਾਂ ਸਮਿਆਂ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਮੰਦਰਾਂ ਦੇ ਉੱਪਰ ਵੀ ਟੈਕਸ ਲਾ ਕੇ ਬੈਠੇ। ਜਿਵੇਂ ਅੱਜ ਦੀਆਂ ਸਰਕਾਰਾਂ ਗੁਰਦੁਆਰੇ ਦੇ ਲੰਗਰਾਂ ਦੇ ਉੱਪਰ ਟੈਕਸ ਲੈਂਦੀਆਂ ਵਸੂਲਦੀਆਂ ਪਈਆਂ, ਇਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਹੈ ਇਹ ਕਲਯੁਗ ਦਾ ਸਮਾਂ ਬਣਿਆ ਹੈ। ਐਸੀ ਕੀਰਤ ਚਾਲੀ, ਇਸ ਤਰ੍ਹਾਂ ਦੀ ਰਸਮ ਚੱਲ ਪਈ ਹੈ ਵੀ ਰਾਜਿਆਂ ਨੂੰ ਧਰਮ ਦਾ ਵੀ ਡਰ ਨਹੀਂ ਰਹਿ ਗਿਆ, ਨਾ ਗੁਰੂ ਦਾ ਡਰ ਹੈ, ਨਾ ਕਿਸੇ ਦੇਵਤੇ ਦਾ ਡਰ ਹੈ। ਐਸੀ ਭੈੜੀ ਚਾਲ ਚੱਲ ਪਈ ਹੈ। ਪੂਜਾ ਬਾਂਗ ਨਿਵਾਜ ਮਸੱਲਾ, ਹੁਣ ਪੂਜਾ ਕਹੀਏ ਲੋਟਾ ਫੜਨ ਲੱਗ ਪਏ ਅਤੇ ਇਸੇ ਤਰ੍ਹਾਂ ਮੁਸੱਲਾ ਥੱਲੇ ਕਪੜਾ ਵਿਛਾਉਣ ਲੱਗ ਪਏ ਅਤੇ ਬਾਂਗ ਕਹੀਏ ਬਾਂਗ ਦੇ ਕੇ ਉੱਚੀ ਸਾਰੀ ਅੱਲਾਹੂ ਅਕਬਰ ਕਹਿ ਕੇ ਇਸ ਤਰ੍ਹਾਂ ਬਾਂਗਾਂ ਦਿੰਦੇ ਹਨ। ਨੀਲ ਰੂਪ ਬਨਵਾਰੀ, ਨੀਲੇ ਰੰਗ ਦੇ ਕੱਪੜੇ ਜਿਵੇਂ ਉੱਚਦੇ ਪੀਰ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਣੇ ਸਨ, ਇਸ ਤਰ੍ਹਾਂ ਦੇ ਨੀਲੇ ਕੱਪੜੇ ਮੁਸਲਮਾਨਾਂ ਨੇ ਪਹਿਨ ਲਏ। ਇਸ ਤਰ੍ਹਾਂ ਦੇ ਬਨਵਾਰੀ ਸੰਸਾਰ ਰੂਪੀ ਜੰਗਲ ਦੇ ਮਾਲਕ ਪ੍ਰਮਾਤਮਾ ਇਸ ਤਰ੍ਹਾਂ ਹੋ ਰਿਹਾ ਹੈ। ਘਰ ਘਰ ਮੀਆਂ ਸਭਨਾ ਜੀਆਂ, ਹੁਣ ਸਾਰਿਆਂ ਨੂੰ ਘਰਾਂ ਘਰਾਂ ਵਿੱਚ ਕਿਹਾ ਜਾਂਦਾ ਆਓ ਮੀਆਂ ਜੀ, ਆਓ ਮੀਆਂ ਜੀ। ਮੀਆਂ ਇੱਕ ਆਮ ਬੰਦੇ ਦਾ ਨਾਮ ਹੈ, ਇਸ ਤਰ੍ਹਾਂ ਆਖਦੇ ਹਨ। ਬੋਲੀ ਅਵਰ ਤੁਮਾਰੀ, ਬੋਲੀ ਹੋਰ ਦੀ ਹੋਰ ਹੀ ਹੋ ਗਈ ਹੈ। ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੀ ਬੋਲੀ ਬਦਲ ਗਈ ਹੈ। ਜੇ ਤੂੰ ਮੀਰ ਮਹੀਪਤ ਸਾਹਿਬ, ਐ ਸਾਹਿਬ ਜੇ ਆਪ ਧਰਤੀ ਦੇ ਮਾਲਕ ਹੋ, ਮੀਰ ਕਹੀਏ ਆਪ ਪਾਤਸ਼ਾਹ ਹੋਤੇ। ਕੁਦਰਤ ਕੌਣ ਹਮਾਰੀ, ਸਤਿਗੁਰੂ ਸਾਡੀ ਕੀ ਕੁਦਰਤ ਹੈ, ਅਸੀਂ ਕੀ ਕਹਿ ਸਕਦੇ। ਅਕਾਲ ਪੁਰਖ ਨੇ ਉਸ ਵੇਲੇ ਪੁੱਛਿਆ, ਕਹਿੰਦੇ ਗੁਰੂ ਨਾਨਕ ਦੇਵ ਪਾਤਸ਼ਾਹ ਤੁਸੀਂ ਦੱਸੋ ਕੀ ਚਾਹੀਦਾ। ਕਹਿੰਦੇ ਜੇ ਮਹਾਰਾਜ ਤੁਸੀਂ ਜੋ ਕਰਦੇ ਪਏ ਉਹਦੇ ਅੱਗੇ ਅਸੀਂ ਕੀ ਕਹਿ ਸਕਦੇ ਹਾਂ, ਸਾਡੀ ਕੀ ਹਿੰਮਤ ਹੈ ਵੀ ਕੁਝ ਕਹਿਣਾ ਕਰੀਏ। ਚਾਰੇ ਕੁੰਟ ਸਲਾਮ ਕਰਨਗੇ, ਹੁਣ ਚਾਰੇ ਕੁੰਟਾਂ ਦੇ ਲੋਕ ਆਖਿਆ ਕਰਨਗੇ ਸਲਾਮਾ ਅਲੈਕਮ, ਸਲਾਮਾ ਅਲੈਕਮ। ਹੁਣ ਤੇ ਇਹੋ ਹੀ ਕਿਹਾ ਕਰਨਗੇ ਕਿਉਂਕਿ ਇਸ ਵੇਲੇ ਮੁਗਲਾਂ ਦਾ ਰਾਜ ਹੈ। ਘਰ ਘਰ ਸਿਫਤ ਤੁਮਾਰੀ, ਆਪ ਜੀ ਦੀ ਸਿਫਤ ਘਰਾਂ ਘਰਾਂ ਦੇ ਵਿੱਚ ਹੁਣ ਕਹੀ ਜਾਵੇਗੀ, ਐਸਾ ਆਪ ਨੇ ਸਮਾਂ ਬਖਸ਼ਿਆ ਹੈ। ਤੀਰਥ ਸਿਮਰਤ ਪੁੰਨ ਦਾਨ, ਕਿਛ ਲਾਹਾ ਮਿਲੇ ਦਿਹਾੜੀ। ਉਸ ਵੇਲੇ ਪਰਮੇਸ਼ਰ ਨੇ ਆਖਿਆ, ਕਹਿੰਦੇ ਜੀ ਤੁਸੀਂ ਦੱਸੋ ਗੁਰੂ ਨਾਨਕ ਦੇਵ ਪਾਤਸ਼ਾਹ ਕੀ ਹੋਣਾ ਚਾਹੀਦਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਮਹਾਰਾਜ ਤੀਰਥ ਯਾਤਰਾ ਵੀ ਬਹਾਲ ਹੋਣੀ ਚਾਹੀਦੀ ਹੈ, ਸਿਮਰਤੀਆਂ ਦਾ ਪਾਠ ਹੋਣਾ ਚਾਹੀਦਾ ਹੈ। ਕੋਈ ਪੁੰਨ ਕਰੇ ਕੋਈ ਦਾਨ ਕਰੇ, ਇਹ ਜ਼ਿੰਦਗੀ ਵਾਰ-ਵਾਰ ਥੋੜੀ ਆਉਣੀ ਹੈ। ਇਹ ਜ਼ਿੰਦਗੀ ਰੂਪੀ ਇੱਕੋ ਹੀ ਦਿਹਾੜੀ ਮਿਲੀ ਹੈ ਹਿੰਦੂ ਲੋਕਾਂ ਨੂੰ, ਇਹ ਜ਼ਿੰਦਗੀ ਦੀ ਦਿਹਾੜੀ ਦਾ ਲਾਹਾ ਮਿਲਣਾ ਚਾਹੀਦਾ ਹੈ।
ਕੋਈ ਪੁੰਨ ਕਰੇ, ਕੋਈ ਦਾਨ ਕਰੇ, ਕੋਈ ਤੀਰਥ ਯਾਤਰਾ ਕਰੇ, ਕੋਈ ਚੰਗਾ ਕਰਮ ਕਰੇ। ਇਹਨਾਂ ਨੂੰ ਵਾਰ-ਵਾਰ ਜਨਮ ਨਹੀਂ ਮਿਲਣਾ, ਮਸਾਂ ਕਿਤੇ ਮਨੁੱਖਾ ਜਨਮ ਮਿਲਿਆ ਹੈ। ਮਹਾਰਾਜ ਮੌਕਾ ਦਿਓ ਇਹਨਾਂ ਨੂੰ ਵੀ ਇਹ ਵੀ ਤੇਰੀ ਭਜਨ ਬੰਦਗੀ ਕਰਕੇ ਆਪਣੇ ਆਪ ਨੂੰ ਸਫਲਾ ਕਰਨ। ਵੇਖੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹਿੰਦੂਆਂ ਵਾਸਤੇ ਵੀ ਮੰਗਦੇ ਪਏ, ਮੁਸਲਮਾਨਾਂ ਵਾਸਤੇ ਵੀ ਅਕਾਲ ਪੁਰਖ ਤੋਂ ਮੰਗਦੇ ਪਏ, ਬੇਨਤੀਆਂ ਕਰਦੇ ਪਏ। ਪਰ ਗੁਰਮੁਖੋ ਅੱਜ ਸਮਾਂ ਕਿਹੋ ਜਿਹਾ ਆ ਗਿਆ ਹੈ, ਜਿਹਨੂੰ ਵੀ ਮੌਕਾ ਮਿਲਦਾ ਹੈ ਕੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾ ਦਿੰਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਦਿੰਦਾ ਹੈ, ਕੋਈ ਜਾ ਕੇ ਲੱਤਾਂ ਬਾਹਾਂ ਮਾਰਨ ਲੱਗ ਪੈਂਦਾ, ਕੋਈ ਜਾ ਕੇ ਰੁਮਾਲੇ ਖਿੱਚ ਦਿੰਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਤੇ ਸਾਰਿਆਂ ਦੇ ਸਾਂਝੇ ਨੇ, ਸਾਰਿਆਂ ਵਾਸਤੇ ਮੰਗਦੇ ਪਏ। ਹਿੰਦੂਆਂ ਦੇ ਵੀ ਖੈਰ ਖੁਆਹ ਨੇ, ਮੁਸਲਮਾਨਾਂ ਦੇ ਵੀ। ਪਰ ਜਿਹੜੀਆਂ ਅੱਜ ਬੇਅਦਬੀਆਂ ਹੋ ਰਹੀਆਂ, ਇਹ ਬੇਅਦਬੀਆਂ ਕੀਤੀਆਂ ਤੇ ਕਰਵਾਈਆਂ ਜਾ ਰਹੀਆਂ ਨੇ। ਭਾਵੇਂ ਕੋਈ ਹਿੰਦੂ ਰਾਜਾ ਹੋਵੇ, ਭਾਵੇਂ ਸਿੱਖ ਰਾਜਾ ਹੋਵੇ, ਭਾਵੇਂ ਬੇਅਦਬੀ ਕਰਨ ਵਾਲਾ ਮੁਸਲਮਾਨ ਹੋਵੇ ਤੇ ਭਾਵੇਂ ਹਿੰਦੂ ਹੋਵੇ, ਹੋ ਤੇ ਸਾਰੀਆਂ ਇਹਨਾਂ ਕੋਲੋਂ ਹੀ ਰਹੀਆਂ ਹਨ। ਗੁਰੂ ਨਾਨਕ ਦੇਵ ਪਾਤਸ਼ਾਹ ਸਾਰਿਆਂ ਵਾਸਤੇ ਮੰਗਦੇ ਪਏ, ਪਰ ਜਿਨ੍ਹਾਂ ਵਾਸਤੇ ਮੰਗਿਆ ਉਹ ਅੱਜ ਗੁਰੂ ਗ੍ਰੰਥ ਸਾਹਿਬ ਦਾ ਹੀ ਨਿਰਾਦਰ ਕਰਦੇ ਪਏ। ਐਸੀ ਲੋਕਾਂ ਦੀ ਮੱਤ ਮਾਰੀ ਗਈ ਹੈ, ਐਸਾ ਪਾਪ ਕਰਦੇ ਹਨ। ਨਾਨਕ ਨਾਮ ਮਿਲੈ ਵਡਿਆਈ। ਮਹਾਰਾਜ ਕਹਿੰਦੇ ਅਕਾਲ ਪੁਰਖ ਇਹਨਾਂ ਨੂੰ ਨਾਮ ਦੀ ਵਡਿਆਈ ਦੇ, ਇਹ ਜਿੰਨੇ ਜੀਵ ਹਨ। ਮੇਕਾ ਘੜੀ ਸੰਭਾਲੀ। ਮੇਕਾ ਤੋਂ ਭਾਵ ਹੈ ਇੱਕ ਘੜੀ, ਬਹੁਤਾ ਸਮਾਂ ਨਹੀਂ। ਤੇ ਮਹਾਰਾਜ ਇੱਕ ਇੱਕ ਘੜੀ ਦੇ ਨਾਮ ਜਪ ਕੇ ਤੇ ਆਪਣੇ ਆਪ ਨੂੰ ਸਫਲਾ ਕਰ ਲੈਣ। 24 ਮਿੰਟਾਂ ਦੀ ਇੱਕ ਘੜੀ ਆਮ ਮੰਨੀ ਜਾਂਦੀ, ਅੱਧਾ ਘੰਟਾ ਅੱਜ ਆਪਾਂ ਕਹਿ ਲਈਏ। ਥੋੜੇ ਤੋਂ ਥੋੜਾ ਸਮਾਂ ਹੀ ਮਹਾਰਾਜ ਇਹਨਾਂ ਨੂੰ ਬੰਦਗੀ ਵਾਸਤੇ ਦਿਓ ਤਾਂ ਕਿ ਸਫਲੇ ਹੋ ਜਾਣ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਜੋ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮੇਲ। ਤੀਰਥ ਸਿਮਰਤ ਪੁੰਨ ਦਾਨ, ਕਿਛ ਲਾਹਾ ਮਿਲੈ ਦਿਹਾੜੀ। ਨਾਨਕ ਨਾਮ ਮਿਲੈ ਵਡਿਆਈ, ਮੇਕਾ ਘੜੀ ਸੰਭਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਸਾਧ ਸੰਗਤ ਜੀ।